कि उस नाल कुछ बदलिया जा सकता है? जे लोग जिहड़े नूं समझ जाणगे भी साडे मुद्दे बसां विच सफ़र फ्री करना, साडे मुद्दे 300 यूनिट फ्री करना नहीं हैगा, साडे मुद्दे होर बड़े ने। तुसीं हैल्थ की गल कीती है, तुसीं एजुकेशन की गल कीती है, कि लोकी समझ के वोट पाउणगे फिर? नहीं, बिल्कुल लोगों की समझ तो बिना तो कोई तब्दीली आनी, चाहे कोई पार्टी बन जाए, चाहे कोई मंच बन जाए, जिहड़ा मर्जी है। वो ये कह रहे हैं ग्रुप कि हुण लोगों की समझ दे विच एक हद तक तब्दीली आई हुई है। सवाल पुछण दी, सवाल पुछना की है? हाँ, हुण उन्हां कोल ये मैटर चाहिए कि सवाल है तो सही करना की है, तो उन्होंने यही दिता जा रहा कि भाई ये ना कहो कि उन्हें तुहानूं 1000 रुपया देना जो उन्हें की करना है। तुसीं उन्होंने कहो भी ये पैसा कित्थों आऊगा, तुसीं उन्होंने पुछो दे दे, मैनूं नहीं कोई इतराज जे देना है, पर ये लियाएगा कित्थों? साडा ही कुछ बेच के तो नहीं धर देगा, इधर डबल बेच दे ते आ ना होवे। ਹੁਣ ਤੁਸੀਂ ਦੱਸ ਦਿਓ ਦੋ ਚਾਰ ਇਹੋ ਜਿਹੇ ਮੁੱਦੇ ਕਿ ਲੋਕੀ ਆਪਣੇ ਲੀਡਰਾਂ ਨੂੰ ਸਵਾਲ ਕਰਨ ਵੀ ਲੀਡਰਾਂ ਨੇ ਇਹ ਪੁੱਛਣਾ, ਲੀਡਰਾਂ ਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਸਾਡੇ ਲਈ ਕੀ ਦੇਵੋਗੇ, ਲੀਡਰਾਂ ਨੇ ਪੁੱਛਣਾ ਤੁਸੀਂ ਸਾਡੇ ਲਈ ਕਿਵੇਂ ਦੇਵੋਗੇ, ਪੈਸਾ ਕਿੱਥੋਂ ਆਊਗਾ? ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈ ਕਿ ਪਹਿਲਾਂ ਤਾਂ ਇਹ ਪੁੱਛਣਾ ਹੈ ਵੀ ਪਹਿਲਾਂ ਵੀ ਤੁਸੀਂ ਇਹੀ ਕੰਮ ਕਰਦੇ ਸੀ, ਪਹਿਲਾਂ ਜਿਹੜੇ ਤੁਹਾਡੇ ਮੈਨੀਫੈਸਟੋ ਸੀ ਉਹੀ ਕਿਉਂ ਨਹੀਂ ਲਾਗੂ ਹੋਏ? ਨੰਬਰ 1, ਪਹਿਲਾਂ ਤੁਸੀਂ ਸਾਡੇ 'ਚ ਹੀ ਰਹੇ ਹੋ, ਤੇ ਤੁਸੀਂ ਇਦੋਂ ਪਹਿਲਾਂ ਕੀ ਕੀਤਾ? ਜਿਹੜਾ ਤਾਂ ਸੱਤਾ 'ਚ ਉਹਨੂੰ ਤਾਂ ਇਹ ਪੁੱਛਣਾ ਕਿ ਪੌਣੇ 5 ਸਾਲ 'ਚ ਕੀ ਕੀਤਾ, ਤੇ ਜਿਹੜਾ ਸੱਤਾ 'ਚ ਨਹੀਂ ਹੈ ਉਹਨੂੰ ਇਹ ਪੁੱਛਣਾ ਵੀ ਵਿਰੋਧੀ ਧਿਰ ਦੇ ਤੌਰ ਤੇ ਵੀ ਤੂੰ ਕੀ ਕੀਤਾ? ਕਦੇ ਮੂਵਮੈਂਟ ਲੜੀ, ਕਦੇ ਲੋਕਾਂ ਨੂੰ ਮੋਬਿਲਾਈਜ਼ ਕਰਕੇ ਸਾਡੇ ਨਾਲ ਸਾਨੂੰ ਲੈ ਕੇ ਗਏ, ਸਾਡੇ ਮੁੱਦਿਆਂ ਤੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਕੀ ਕੀਤਾ? ਤੇ ਇੱਕ ਸਵਾਲ ਇਹ ਪੁੱਛਣਾ ਜ਼ਰੂਰੀ ਹੈ ਕਿ ਜਿਹੜੀਆਂ ਮੇਨ ਪਾਰਟੀਆਂ ਨੇ, ਜਿਵੇਂ ਅਕਾਲੀ ਦਲ ਨੇ ਕਹਿਤਾ ਹੈ ਕਿ ਮੈਂ 10 ਲੱਖ ਰੁਪਇਆ ਅਸੀਂ ਦਿਆ ਕਰਾਂਗੇ ਬਿਨਾਂ ਵਿਆਜ ਜਿਹੜਾ ਬੰਦਾ ਬਾਹਰ ਜਾਣਾ ਚਾਹੁੰਦਾ, ਤੇ ਕਾਂਗਰਸ ਨੇ ਕਿਹਾ ਸੀ, ਅਮਰਿੰਦਰ ਸਿੰਘ ਨੇ ਕਿ ਜੀ ਅਸੀਂ ਆਈਲੈਟਸ ਫ੍ਰੀ ਕਰ ਦਾਂਗੇ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਵਸਾਉਣਾ ਚਾਹੁੰਦੇ ਹੋ ਜਾਂ ਪੰਜਾਬ ਨੂੰ ਉਜਾੜਨਾ ਚਾਹੁੰਦੇ ਹੋ? ਪੰਜਾਬ ਦਾ ਹਰ ਇੱਕ ਸ਼ਖਸ ਸੂਈ ਤੋਂ ਲੈ ਕੇ ਜਹਾਜ਼ ਤੱਕ ਟੈਕਸ ਦਿੰਦਾ, ਫਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਕਿਉਂ ਗਿਆ? ਕਿ ਇਹ ਵੀ ਉਮੀਦਵਾਰਾਂ ਕੋਲ ਸਵਾਲ ਹੋਣੇ ਚਾਹੀਦੇ ਨੇ? ਨਹੀਂ, ਹੋਣਾ ਹੀ ਚਾਹੀਦਾ ਕਿ ਜੇ ਕੋਈ ਘਰ ਕਰਜ਼ਾਈ ਹੋ ਜਾਂਦਾ ਗਲਤ ਪਾਲਿਸੀ ਕਰਕੇ, ਇੱਕ ਲੋਕਾਂ ਨੇ ਤਾਂ ਨਹੀਂ ਨਾ ਕੀਤਾ, ਜਿਹੜੇ ਚੁਣੇ ਜਾਂਦੇ ਰਹੇ ਲੋਕ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਰੱਖੇ। ਔਰ ਤੁਸੀਂ ਦੇਖੋ ਕਿ ਜੇ ਪਰਿਵਾਰ ਦਾ ਮੁਖੀ ਮੁਕੱਦਮੇਬਾਜ਼ ਹੋ ਜੇ, ਨਸ਼ਈ ਹੋ ਜੇ, ਤਾਂ ਆਮਦਨ ਜਿੰਨੀ ਮਰਜ਼ੀ ਹੋ ਜਾਏ ਉਹ ਚੱਟ ਜਾਂਦਾ। ਤੇ ਇੱਥੇ ਮੁਖੀ ਹੁਣ ਇਸ ਲੈਵਲ ਦੇ ਕੰਮ ਕਰਦੇ ਨੇ, ਇਹ ਵੀ ਵੱਡਾ ਪਰਿਵਾਰ ਹੀ ਹੈ ਨਾ ਪੰਜਾਬ, ਜਿਹਨੂੰ ਆਪਾਂ ਗੱਲ ਕਰਦੇ ਹਾਂ, ਉਹਨਾਂ ਦਾ ਤਾਂ ਚੇਤਾ ਹੀ ਨਹੀਂ। ਹੁਣ ਸਰਕਾਰ ਕਹਿੰਦੀ ਹੈ, ਪਹਿਲੇ 4 ਸਾਲ ਸਰਕਾਰ ਕਹਿੰਦੀ ਹੈ ਵਿੱਤੀ ਸੰਕਟ 'ਚ, ਬਜਟ 'ਚ ਪੈਸਾ ਨਹੀਂ, ਆਖਰੀ ਸਾਲੋਂ ਕਹਿੰਦੀ ਹੈ ਵੀ ਖਜ਼ਾਨਾ ਭਰਪੂਰ ਹੈ, ਪੈਸੇ ਬਹੁਤ ਨੇ, ਜਿੰਨੇ ਮਰਜ਼ੀ ਲੈ ਜਾਓ। ਜਦੋਂ ਆ ਫਰੀ ਦੀਆਂ ਚੀਜ਼ਾਂ ਕਰਦੇ ਨੇ ਉਦੋਂ ਬਾਅਦ ਉਹ ਇਹ ਲੈ, ਫਿਰ ਇਹਦੇ 'ਚ ਗੈਪ ਕਿਉਂ ਹੈ ਐਡਾ ਵੱਡਾ? ਉਮੀਦਵਾਰ ਨੂੰ ਚੁਣ ਕੇ ਭੇਜਦੇ ਆਪਾਂ ਵੋਟਾਂ ਦੇ ਨਾਲ, ਜੇ ਉਹੀ ਉਮੀਦਵਾਰ 5 ਸਾਲ ਦੇ ਵਿੱਚ ਜਾਂ 2 ਜਾਂ 3 ਸਾਲ ਬਾਅਦ ਲੋਕਾਂ ਨੇ ਕਹਿੰਦਾ ਵੀ ਇਹ ਕੰਮ ਨਹੀਂ ਕਰ ਰਿਹਾ, ਹੁਣ ਉਹਨੂੰ ਵਾਪਸ ਕਿਵੇਂ ਬੁਲਾਉਣਾ ਹੈ? ਉਹਨੂੰ ਐਮਐਲਏ ਜਾਂ ਐਮਪੀ ਮੈਂਬਰਸ਼ਿਪ ਤੋਂ ਕਿਵੇਂ ਥੱਲੇ ਉਤਾਰਨਾ ਹੈ? ਕਿ ਇਹ ਵੀ ਸੰਵਿਧਾਨ ਵਿੱਚ ਹੈਗਾ। ਚਾਹੇ ਸਰਪੰਚ ਹੈ, ਸਰਪੰਚ ਕੰਮ ਨਹੀਂ ਕਰ ਰਿਹਾ 5 ਸਾਲ ਦੇ ਵਿੱਚ ਜਾਂ 2 ਜਾਂ 3 ਸਾਲ ਦੇਖਿਆ ਉਹਨੂੰ ਨਹੀਂ ਕੰਮ ਕਰ ਰਿਹਾ, ਉਹਨੂੰ ਥੱਲੇ ਕਿਵੇਂ ਉਤਾਰਨਾ ਹੈ? ਕੋਈ ਇਹ ਸੰਵਿਧਾਨ ਵਿੱਚ ਹੈਗਾ? ਨਹੀਂ, ਇਹ ਸੰਵਿਧਾਨ ਦੇ ਵਿੱਚ ਉਵੇਂ ਨਹੀਂ ਹੈ, ਪਰ ਪਹਿਲੀ ਗੱਲ ਰਾਈਟ ਟੂ ਰੀਕਾਲ ਬਹੁਤ ਦੇਸ਼ਾਂ ਦੇ ਵਿੱਚ ਹੈ, ਸਾਡੇ ਦੇਸ਼ਾਂ ਵਿੱਚ ਨਹੀਂ ਹੈਗਾ, ਕਾਫੀ ਦੇਸ਼ਾਂ ਦੇ ਵਿੱਚ ਹੈ, ਸਵਿਟਜ਼ਰਲੈਂਡ 'ਚ, ਹੋਰ ਕਿੰਨਿਆਂ 'ਚ ਹੈ। ਦੂਜੀ ਗੱਲ ਇਹ ਹੈ ਕਿ ਸਾਡੇ ਵੀ ਕਿੰਨੀਆਂ ਸਟੇਟਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤ ਦੇ ਵਿੱਚ ਹੈਗਾ। ਸਾਡੇ ਪੰਜਾਬ ਦੇ ਪੰਚਾਇਤੀ ਰਾਜ 'ਚ ਵੀ ਸਰਪੰਚ ਨੂੰ ਬਦਲਦਾ ਸੀਗਾ, ਉਹ 2007 ਜਦੋਂ ਅਕਾਲੀ ਸਰਕਾਰ ਆਈ ਹੈ ਉਹਨਾਂ ਨੇ ਕੱਢਤਾ। ਤੁਸੀਂ ਕਿਵੇਂ ਲੋਕਾਂ ਜਾ ਕੇ ਦੱਸੋਗੇ ਵੀ ਆਹ ਸਵਾਲ ਨੇ, ਲੀਡਰਾਂ ਨੂੰ ਆਹ ਸਵਾਲ ਕਰੋ? ਲੋਕਾਂ ਨੂੰ ਕੀ ਪਤਾ ਲੱਗੂਗਾ ਵੀ ਕਿਹੜੇ ਸਵਾਲ ਅਸੀਂ ਲੀਡਰਾਂ ਨੂੰ ਪੁੱਛਣੇ ਨੇ? ਕਿਉਂਕਿ ਚੋਣਾਂ ਦਾ ਸਮਾਂ ਹੈ, ਹਰ ਇੱਕ ਲੀਡਰ ਲੋਕਾਂ ਦੇ ਘਰ ਵਿੱਚ ਜਾ ਰਿਹਾ। ਇਹ ਜਿਹੜਾ ਗਰੁੱਪ ਹੈ ਸੋਸ਼ਲ ਮੀਡੀਆ ਜਾਂ ਬਾਕੀ ਮੀਡੀਆ ਜਾਂ ਬਾਕੀ ਸਾਰੇ ਸੋਰਸਸ ਦੇ ਥਰੂ ਵੀ ਕਰੇਗਾ, ਪਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਕੋਈ ਹੋ ਸਕਦਾ ਪਬਲਿਕ ਮੀਟਿੰਗਾਂ, ਰੈਲੀਆਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾ ਸਕਦਾ ਕਿ ਜਨਤਕ ਡਾਇਰੈਕਟ ਲੋਕਾਂ ਨਾਲ ਜਿਹੜਾ ਸੰਬੋਧਨ ਦਾ ਸਵਾਲ ਹੁੰਦਾ। ਔਰ ਜਿਹੜੇ ਜੇ ਕਲਾਕਾਰ ਨੇ ਉਹਨਾਂ ਦਾ ਤਾਂ ਸਿਸਟਮ ਵੀ ਹੈ, ਜੇ ਈਵਨ ਉਹਨਾਂ ਦਾ ਮੰਨਣਾ ਵੀ ਹੈ, ਜੇ ਖਾੜੇ ਵੀ ਲੱਗਦੇ ਨੇ ਉੱਥੇ ਵੀ 2 ਮਿੰਟ ਵਿੱਚ ਦੀ ਇਹ ਗੱਲ ਏਜੰਡੇ ਦੀ ਕੀਤੀ ਜਾਵੇ ਤਾਂ ਸਾਰੇ ਲੋਕਾਂ ਤੱਕ ਪਹੁੰਚਣ ਦਾ ਬੱਬੂ ਮਾਨ ਬੈਠੇ, ਰਣਜੀਤ ਬਾਵਾ ਬੈਠੇ, ਹੋਰ ਵੀ ਗਾਇਕ ਬੈਠੇ ਨੇ, ਕਿ ਉਹਨਾਂ ਕੋਲ ਇੰਨਾ ਟਾਈਮ ਹੋਊਗਾ, ਸਮਾਂ ਹੋਊਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਾਂ ਦਿੱਤਾ ਜਾਵੇ, ਦੱਸਿਆ ਜਾਵੇ ਸਾਡੇ ਮੁੱਦੇ ਕੀ ਨੇ? ਮੁੱਦਿਆਂ ਦੀ ਜਦੋਂ ਆਪਾਂ ਗੱਲ ਕਰਨੇ ਆ ਜਾਂ ਵੋਟ ਕਿਵੇਂ ਪਾਈ ਜਾਵੇ, ਵੋਟ ਦਾ ਅਧਿਕਾਰ ਸਭ ਨੂੰ ਹੈਗਾ। ਉਮੀਦਵਾਰ ਦੀ ਜਦੋਂ ਗੱਲ ਆ ਜਾਂਦੀ ਹੈ, ਕਿਹੋ ਜਿਹਾ ਉਮੀਦਵਾਰ ਚੁਣ ਕੇ ਭੇਜਣਾ ਚਾਹੀਦਾ? ਕੋਈ ਮੁੱਦੇ ਦੱਸਦਾ, ਕੋਈ ਸਵਾਲ ਹੁੰਦੇ ਨੇ ਜੋ ਲੋਕਾਂ ਨੂੰ ਸਿਆਸਤਦਾਨਾਂ ਕੋਲ ਪੁੱਛਣੇ ਪੈਂਦੇ ਨੇ, ਉਹ ਸਵਾਲ ਕਿਹੜੇ ਨੇ? ਤਾਂ ਜੂਝ ਦਾ ਪੰਜਾਬ ਦਾ ਇੱਕ ਗਰੁੱਪ ਬਣਿਆ, ਸਮੇਂ ਤੇ ਆ ਕੇ ਲੋਕਾਂ ਨੂੰ ਵੀ ਦੱਸਿਆ ਕਰੂਗਾ, ਉਹਦਾ ਇੱਕ ਪ੍ਰੈਸ਼ਰ ਬਿਲਡ ਕਰੂਗਾ, ਜੋ ਸਿਆਸਤਦਾਨ ਨੇ ਉਹਨਾਂ ਦੇ ਪ੍ਰੈਸ਼ਰ ਬਿਲਡ ਕਰੂਗਾ ਪੰਜਾਬ ਦੇ ਸੁਨਹਿਰੀ ਭਵਿੱਖ ਵਾਸਤੇ। ਪੰਜਾਬ ਦੇ ਕਿਹੜੇ ਮੁੱਦੇ ਨੇ, ਕਿਸ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ? ਵੈਸੇ ਤਾਂ ਅੱਜ ਗੱਲ ਹੁੰਦੀ ਪਈ ਹੈ ਫ੍ਰੀ ਦੇ ਉੱਤੇ, ਆਟਾ ਦਾਲ ਚਾਵਲ ਦੇ ਉੱਤੇ ਗੱਲ ਹੁੰਦੀ ਪਈ ਹੈ, ਬੱਸਾਂ ਦਾ ਸਫ਼ਰ ਫ੍ਰੀ ਕਰਤਾ, ਬਿਜਲੀ ਦੀਆਂ ਯੂਨਿਟਾਂ ਮਾਫ ਕਰਤੀਆਂ, ਇਸ ਉੱਪਰ ਚਰਚਾ ਹੁੰਦੀ ਪਈ ਹੈ। ਕੋਈ ਐਜੂਕੇਸ਼ਨ ਤੇ ਚਰਚਾ ਕਿਉਂ ਨਹੀਂ ਕਰਦਾ? ਇਸ ਬੋਰਡ ਵਿੱਚ ਦੇਖੋਗੇ ਤੁਸੀਂ 3 ਲੱਖ
ਕਰੋੜ ਦਾ ਕਰਜ਼ਾਈ ਹੈ ਪੰਜਾਬ, ਜਿਸ ਦੀ ਸਾਲਾਨਾ ਵਿਆਜ ਲਗਭਗ 25 ਤੋਂ 30 ਹਜ਼ਾਰ ਜਾਂਦੀ ਹੈ। ਇਸ ਉੱਪਰ ਕਿਉਂ ਨਹੀਂ ਕੋਈ ਗੱਲ ਕਰਦਾ? ਤੁਹਾਨੂੰ ਸਮੇਂ-ਸਮੇਂ ਤੇ ਆ ਕੇ ਪਹਿਲਾਂ ਵੀ ਅਸੀਂ ਇਸ ਚੀਜ਼ਾਂ 'ਤੇ ਚਰਚਾ ਕਰਨੇ ਆ, ਜਾਂ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਇਹ ਸਵਾਲ ਨੇ, ਤੁਹਾਡੇ ਆਪਦੇ ਸਵਾਲ ਨੇ ਜੋ ਲੀਡਰਾਂ ਨੂੰ ਪੁੱਛਣੇ ਨੇ, ਉਮੀਦਵਾਰ ਨੂੰ ਪੁੱਛਣੇ ਨੇ, ਵੀ ਕਰਜ਼ਾ ਪੰਜਾਬ ਸਿਰ ਕਿਵੇਂ ਕਰਜ਼ਾ ਚੜ੍ਹਿਆ ਸਾਡੇ ਸਿਰ ਉੱਤੇ। ਗੱਡੀਆਂ ਮਹਿੰਗੀਆਂ ਤੇ ਘੁੰਮਦੇ ਨੇ। ਜਦੋਂ ਕੋਈ ਸੱਤਾ ਵਿੱਚ ਸਰਕਾਰ ਆ ਗਈ, ਪਿਛਲੇ 10 ਸਾਲ ਤੋਂ ਚੱਲਦਾ ਪਿਆ ਵੀ ਅਸੀਂ ਕੋਈ ਵੀ ਸਿਕਿਉਰਿਟੀ ਨਹੀਂ ਲਵਾਂਗੇ, ਅਸੀਂ ਆਮ ਆਦਮੀ ਵਾਂਗੂ ਰਵਾਂਗੇ। ਕੀ ਵਾਕਈ ਇੰਪਲੀਮੈਂਟ ਹੋਇਆ ਪੰਜਾਬ ਦੇ ਵਿੱਚ? ਤੇ ਗਰੁੱਪ ਦੇ ਵਿੱਚ ਹਮੀਦ ਸਿੰਘ ਵੀ ਮੌਜੂਦ ਸਨ, ਤੁਸੀਂ ਨੇਮ ਪਲੇਟਾਂ ਦੇਖ ਸਕਦੇ ਹੋ, ਕਾਫੀ ਨੇਮ ਪਲੇਟ ਨੇ। ਅੱਜ 13-14 ਬੰਦੇ ਸੀ ਜੋ ਇਸ ਪ੍ਰੈਸ ਕਲੱਬ ਦੇ ਵਿੱਚ ਜਿਨ੍ਹਾਂ ਨੇ ਸਟੇਜ ਸਾਂਝੀ ਕੀਤੀ ਤੇ ਗਰੁੱਪ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਹਮੀਦ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਮੁੱਦਿਆਂ ਨੂੰ ਲੈ ਕੇ। ਕੋਸ਼ਿਸ਼ ਇਹੀ ਕਰਦੇ ਵੀ ਤੁਹਾਡੇ ਸਾਹਮਣੇ ਅਸੀਂ ਗੱਲ ਰੱਖੀ ਜਾਈਏ ਵੀ ਪੰਜਾਬ ਦੇ ਹੋਰ ਕਿਹੜੇ ਮੁੱਦੇ ਨੇ ਜਿਸ ਉੱਪਰ ਜਾ ਕੇ ਤੁਸੀਂ ਆਪਣੇ ਉਮੀਦਵਾਰ ਨੂੰ ਸਵਾਲ ਕਰ ਸਕਦੇ ਹੋ। ਸਭ ਆਪਾਂ ਸਵਾਗਤ ਹੈ ਪੰਜਾਬ ਨਿਊਜ਼ ਤੇ ਜੀ, ਸ਼ੁਕਰੀਆ। ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਜੂਝਦਾ ਪੰਜਾਬ ਗਰੁੱਪ ਬਣ ਗਿਆ, ਇਹ ਗਰੁੱਪ ਰਾਹੀਂ ਦੱਸਣਾ ਕੀ ਚਾਹੁੰਦੇ ਹੋ, ਜਾਂ ਕਿਵੇਂ ਤੁਸੀਂ ਸਿਆਸਤਦਾਨਾਂ ਦੇ ਪ੍ਰੈਸ਼ਰ ਬਿਲਡ ਕਰੋਗੇ, ਸਿਆਸਤਦਾਨਾਂ ਨੂੰ ਕੀ ਕਹੋਗੇ ਜੂਝਦੇ ਪੰਜਾਬ ਨੂੰ ਲੈ ਕੇ? ਅਸਲ 'ਚ ਇਹ ਗਰੁੱਪ ਇਸ ਤਰੀਕੇ ਨਾਲ ਬਣਿਆ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਸਫਲ ਕਿਸਾਨ ਅੰਦੋਲਨ ਹੋਇਆ। ਸਾਲ ਤੋਂ ਵੱਧ ਲੋਕ ਲੜੇ ਨੇ, ਉਹਨਾਂ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿ ਮੋਦੀ ਵਰਗੇ ਪ੍ਰਧਾਨ ਮੰਤਰੀ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਉੱਥੋਂ ਵਾਪਸੀ ਹੋ ਗਈ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਨੇ 2022 ਦੇ ਵਿੱਚ, ਤੇ ਜਿਹੜੇ ਲੋਕਾਂ ਦੇ ਵਿੱਚ ਇੱਕ ਚੇਤਨਤਾ ਆਈ ਹੈ ਇਸ ਅੰਦੋਲਨ ਦੇ ਕਰਕੇ। ਅੰਦੋਲਨ ਨੇ ਚੇਤਨਤਾ ਲਿਆਂਦੀ ਹੈ ਕभी ਇਹ ਕਾਰਪੋਰੇਟ ਏਜੰਡਾ ਜਿਹੜਾ ਖੇਤੀ ਤੇ ਵੀ ਵਾਕਈ ਲਾਗੂ ਹੋ ਰਿਹਾ ਇਹ ਠੀਕ ਨਹੀਂ ਹੈ, ਉਹਨੂੰ ਚੁਣੌਤੀ ਦੇਣੀ ਚਾਹੀਦੀ ਹੈ। ਦੂਜਾ ਇਹ ਆਈ ਹੈ ਕਿ ਕੇਂਦਰ ਸਰਕਾਰ ਧੱਕੇ ਨਾਲ ਕਾਨੂੰਨ ਲਾਗੂ ਕਰਦੀ ਹੈ, ਸੂਬਿਆਂ ਦੇ ਅਧਿਕਾਰ ਖੇਤਰ 'ਚ ਜਾ ਕੇ ਵੀ ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਤਾਂ ਹੁਣ ਫਿਰ ਅਸਲ ਦੇ ਵਿੱਚ ਇਹਦਾ ਟਰਾਂਸਲੇਟ ਜਿਹੜਾ ਹੁੰਦਾ ਹੈ ਜਾਂ ਬਦਲਦਾ ਚੀਜ਼ ਜਾ ਕੇ ਉਹ ਸਿਆਸਤ ਦੇ ਰਾਹੀਂ ਹੀ ਬਦਲਦੀ ਹੈ। ਉਦੋਂ ਬਾਅਦ ਇਹ ਨਹੀਂ ਕਿ ਅੰਦੋਲਨ ਸਿਆਸਤ ਨਹੀਂ ਹੁੰਦਾ, ਅੰਦੋਲਨ ਵੀ ਸਿਆਸਤ ਹੁੰਦਾ, ਪਰ ਇੱਕ ਇਲੈਕਟੋਰਲ ਡੈਮੋਕ੍ਰੇਸੀ ਜਿਹੜੀ ਚੋਣਾਂ ਦੀ ਰਾਜਨੀਤੀ ਹੁੰਦੀ ਹੈ ਉਹ ਵੀ ਹੁੰਦੀ ਹੈ। ਹੁਣ ਇਹਨਾਂ ਚੋਣਾਂ ਤੇ ਜਿਹੜਾ ਪੰਜਾਬ ਦੇ ਵਿੱਚ ਪਾਰਟੀਆਂ ਜਿਹੜੀਆਂ ਚੋਣ ਲੜ ਰਹੀਆਂ ਨੇ ਜਾਂ ਜਾ ਰਹੀਆਂ ਨੇ ਉਹ ਕੀ ਕਰ ਰਹੀਆਂ ਨੇ? ਜਾਂ ਤਾਂ ਉਹ ਕਹਿੰਦੇ ਤੇ ਚੀਫ ਮਿਨਿਸਟਰ ਦਾ ਚਿਹਰਾ ਕਿਹੜਾ ਹੋਊਗਾ, ਇਹਨੇ ਅਜੇ ਐਲਾਨਿਆ ਨਹੀਂ, ਇਹਦਾ ਅਜੇ ਕੌਣ ਹੋਏਗਾ। ਜਾਂ ਦੂਜੇ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਜੀ ਆਹ ਚੀਜ਼ ਮੈਂ 400 ਯੂਨਿਟ ਦੇ ਦਾਂਗਾ ਫਰੀ, ਮੈਂ 300 ਯੂਨਿਟ ਦਿਆਂਗਾ, ਮੈਂ ਆਹ ਦਿਆਂਗਾ। ਮਤਲਬ ਜਿਹੜਾ ਏਜੰਡਾ ਹੈ, ਜਿਹੜੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨੂੰ ਡੀਲ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਜਿਹੜੇ ਬੰਦੇ ਕਿਸਾਨ ਅੰਦੋਲਨ ਨਾਲ ਨੇੜਿਓਂ ਜੁੜੇ ਰਹੇ। ਅੱਛਾ, ਡੀਲ ਕਿਵੇਂ ਕੀਤਾ ਜਾ ਰਿਹਾ ਵੀ ਸਿਆਸਤਦਾਨ ਨੂੰ ਪਤਾ ਮੈਂ ਫ੍ਰੀ ਦੀਆਂ ਚੀਜ਼ਾਂ ਦਊਂਗਾ, ਲੁਭਾ ਕੇ ਵੋਟ ਪਵਾ ਲੂੰਗਾ, ਇਸ ਗੱਲ ਤੇ ਡੀਲ ਕੀਤਾ ਜਾ ਰਿਹਾ? ਮੁੱਦੇ ਦੀ ਕੋਈ ਗੱਲ ਕਰ ਰਿਹਾ? ਪੰਜਾਬ 'ਚ ਹੋਰ ਬੜੇ ਮੁੱਦੇ ਹੈਗੇ ਨੇ ਜਾਂ ਲੋਕ ਵੀ ਸਵਾਲ ਕਰਦੇ ਨੇ ਮੁੱਦਿਆਂ ਦੇ ਉੱਤੇ? ਨਹੀਂ, ਇਸੇ ਲਈ ਕਿਉਂਕਿ ਪਾਰਟੀਆਂ ਨੇ ਸਰਕਾਰਾਂ ਬਣਾਉਣੀਆਂ ਨੇ ਤੇ ਪਾਰਟੀਆਂ ਨੇ ਸੱਤਾ 'ਚ ਆਉਣਾ ਹੁੰਦਾ। ਉਹਨਾਂ ਪਾਰਟੀਆਂ ਦਾ ਜਿਹੜਾ ਡਿਸਕੋਰਸ ਚੱਲ ਰਿਹਾ ਹੈ ਉਹ ਹਰ ਹੀਲੇ ਸੱਤਾ ਪ੍ਰਾਪਤੀ ਦਾ ਚੱਲ ਰਿਹਾ, ਜਿਸ ਮਰਜ਼ੀ ਤਰੀਕੇ ਦੇ ਨਾਲ ਚੱਲੋ। ਔਰ ਕੋਈ ਬਹਿਸ ਲੋਕਾਂ ਦੀ ਜਾਂ ਏਜੰਡੇ ਦੇ ਵਿੱਚ ਕੀ ਪਾਉਣਾ ਹੈ ਕੀ ਨਹੀਂ ਹੈ, ਇਹੋ ਜਿਹੀ ਕੋਈ ਬਹਿਸ ਉਸ ਲੈਵਲ ਤੇ ਨਹੀਂ ਹੈ ਕਿਸੇ ਦੇ ਗਰੁੱਪ ਦੇ ਵਿੱਚ। ਹੁਣ ਉਹ ਆਪ ਆਉਂਦੇ ਨੇ, ਅਨਾਉਂਸਮੈਂਟਾਂ ਕਰਦੇ ਨੇ, ਮਤਲਬ ਐਲਾਨ ਕਰਦੇ ਨੇ ਜਿਹੜੇ। ਤਾਂ ਇਸ ਅੰਦੋਲਨ ਦੇ ਵਿੱਚ ਇੱਕ ਗੱਲ ਖਾਸ ਹੋਈ ਕਿ ਬਹੁਤ ਜ਼ਿਆਦਾ ਵੱਖ-ਵੱਖ ਖੇਤਰਾਂ ਦੇ ਮਾਹਰ ਬੰਦੇ ਵੀ ਜਾਂਦੇ ਰਹੇ, ਬਹੁਤ ਜ਼ਿਆਦਾ ਕਲਾਕਾਰ ਵੀ ਆਏ, ਉਹਨਾਂ ਦੀ ਕਲਾ ਵੀ ਬਦਲੀ, ਬਹੁਤ ਜ਼ਿਆਦਾ ਹੋਰ ਸ਼ੋਭਿਆਂ ਦੇ ਬੰਦੇ ਵੀ ਆਏ। ਤਾਂ ਉਹਨਾਂ 'ਚੋਂ ਕੁਝ ਗਰੁੱਪ ਨੇ ਸੋਚਿਆ ਕਿ ਇੱਕ ਏਜੰਡਾ ਤਾਂ ਪੰਜਾਬ ਦਾ ਆਪਾਂ ਕਹੀ ਜਾਂਦੇ ਪੰਜਾਬ ਬਚਾਉਣਾ ਹੈ, ਪੰਜਾਬ ਕਿਵੇਂ ਬਚੂਗਾ। ਜੇ ਕੋਈ ਏਜੰਡਾ ਹੀ ਨਹੀਂ ਹੈ ਤਾਂ ਫਿਰ ਪੰਜਾਬ ਬਚੂਗਾ ਕਿਵੇਂ? ਇੱਕ ਜਿਹੜਾ ਦਸਤਾਵੇਜ਼ ਤਿਆਰ ਕੀਤਾ ਕਿ ਆਹ ਮਿਨੀਮਮ ਇੱਕ ਏਜੰਡਾ ਹੋਣਾ ਚਾਹੀਦਾ। ਲੋਕਾਂ ਦੇ ਵਿੱਚ ਇੱਕ ਸੋਝੀ ਆ ਚੁੱਕੀ ਹੈ ਇੱਕ ਲੈਵਲ ਦੀ, ਤਾਂ ਸੋਝੀ ਇਸ ਹੱਦ ਤੱਕ ਆ ਗਈ ਹੈ ਕਿ ਹੁਣ ਹਾਰ ਨਹੀਂ ਪਾਉਂਦੇ, ਲੀਡਰਾਂ ਦੇ ਸਵਾਲ ਕਰਦੇ ਨੇ। ਉਹਨਾਂ ਕੋਲ ਸਵਾਲਾਂ ਲਈ ਮੈਟਰ ਕਿੱਥੋਂ ਆਵੇ, ਉਹ ਕਿਹੜੇ ਸਵਾਲ ਕਰਨ ਪੰਜਾਬ ਦੇ ਹਿੱਤ ਦੇ ਵਾਸਤੇ। ਇਸੇ ਕਰਕੇ ਖੇਤੀਬਾੜੀ ਤੇ ਕਿਹੜੇ ਸਵਾਲ ਬਣਦੇ ਨੇ, ਸਿੱਖਿਆ ਤੇ ਕਿਹੜੇ ਬਣਦੇ ਨੇ, ਸਿਹਤ ਤੇ, ਰੁਜ਼ਗਾਰ ਤੇ, ਵੱਖ-ਵੱਖ ਫੀਲਡਾਂ ਦੇ ਵਿੱਚ ਕਿਹੜੇ ਮੁੱਦੇ ਬਣਦੇ ਨੇ, ਉਹ ਮੁੱਦੇ ਲੋਕਾਂ ਤੱਕ ਲਿਜਾਣੇ ਜਾਣ। ਜਾਂ ਦੂਜੀ ਗੱਲ, ਜਿਹੜੀਆਂ ਪਾਰਟੀਆਂ ਨੇ ਜਦੋਂ ਲੋਕ ਜਾਗਰੂਕ ਹੋ ਗਏ ਤਾਂ ਪਾਰਟੀਆਂ ਆਟੋਮੈਟਿਕਲੀ ਜਵਾਬਦੇਹ ਹੋਣਗੀਆਂ। ਫਿਰ ਜੇ ਕੋਈ ਸਵਾਲ ਹੀ ਨਹੀਂ ਪੁੱਛਦਾ ਤਾਂ ਜਵਾਬਦੇਹੀ ਖਤਮ ਹੋ ਜਾਂਦੀ ਹੈ। ਇਹ ਇੱਕ ਵਰਤਾਂਤ ਸਿਰਜਣ ਦੀ ਲੋੜ ਹੈ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਇਹਨਾਂ ਮੁੱਦਿਆਂ ਦੇ ਆਲੇ ਦੁਆਲੇ ਹੋਵੇ, ਇਹਦੇ ਤੇ ਲੋਕ ਵੋਟ ਕਰਨ, ਨਾ ਕਿ ਇਕੱਲੇ ਚਿਹਰੇ ਜਾਂ ਪਾਰਟੀ ਦੇ ਤੌਰ ਤੇ। ਸਰ, ਤੁਸੀਂ ਹੁਣ ਜੇ ਗਰੁੱਪ ਬਣਾਇਆ ਹੈ, ਤੁਸੀਂ ਕਿਵੇਂ ਲੋਕਾਂ ਨੂੰ ਜਾ ਕੇ ਦੱਸੋਗੇ ਵੀ ਆਹ ਸਵਾਲ ਨੇ, ਲੀਡਰਾਂ ਨੂੰ ਆਹ ਸਵਾਲ ਕਰੋ? ਲੋਕਾਂ ਨੂੰ ਕੀ ਪਤਾ ਲੱਗੂਗਾ ਵੀ ਕਿਹੜੇ ਸਵਾਲ ਅਸੀਂ ਲੀਡਰਾਂ ਨੂੰ ਪੁੱਛਣੇ ਨੇ? ਕਿਉਂਕਿ ਚੋਣਾਂ ਦਾ ਸਮਾਂ ਹੈ, ਹਰ ਇੱਕ ਲੀਡਰ ਲੋਕਾਂ ਦੇ ਘਰ ਵਿੱਚ ਜਾ ਰਿਹਾ। ਇਹ ਜਿਹੜਾ ਗਰੁੱਪ ਹੈ ਸੋਸ਼ਲ ਮੀਡੀਆ ਜਾਂ ਬਾਕੀ ਸਾਰੇ ਸੋਰਸਸ ਦੇ ਥਰੂ ਵੀ ਕਰੇਗਾ, ਪਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਕੋਈ ਹੋ ਸਕਦਾ ਪਬਲਿਕ ਮੀਟਿੰਗਾਂ, ਰੈਲੀਆਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾ ਸਕਦਾ ਕਿ ਜਨਤਕ ਡਾਇਰੈਕਟ ਲੋਕਾਂ ਨਾਲ ਜਿਹੜਾ ਸੰਬੋਧਨ ਦਾ ਸਵਾਲ ਹੁੰਦਾ। ਔਰ ਜਿਹੜੇ ਇਹਦੇ ਵਿੱਚ ਕਲਾਕਾਰ ਨੇ ਉਹਨਾਂ ਦਾ ਤਾਂ ਸਿਸਟਮ ਵੀ ਹੈ, ਜੇ ਈਵਨ ਉਹਨਾਂ ਦਾ ਮੰਨਣਾ ਵੀ ਹੈ ਜੇ ਖਾੜੇ ਵੀ ਲੱਗਦੇ ਨੇ ਉੱਥੇ ਵੀ 2 ਮਿੰਟ ਵਿੱਚ ਦੀ ਇਹ ਗੱਲ ਏਜੰਡੇ ਦੀ ਕੀਤੀ ਜਾਵੇ ਤਾਂ ਸਾਰੇ ਲੋਕਾਂ ਤੱਕ ਪਹੁੰਚਣ ਦਾ ਇੱਕ ਸਵਾਲ ਹੈ। ਤੇ ਇਦੋਂ ਅੱਗੇ ਅਗਲੀ ਗੱਲ,
ਇੱਕ ਨੈਗੋਸ਼ੀਏਸ਼ਨ ਜਿਹੜੀਆਂ ਗੱਲਾਂ ਬਾਤਾਂ ਨੇ ਇਸ ਗਰੁੱਪ ਦੇ ਬੰਦਿਆਂ ਨਾਲ, ਕੁਝ ਕਿਸਾਨ ਜਥੇਬੰਦੀਆਂ ਦੀਆਂ ਵੀ ਹੋਈਆਂ ਨੇ, ਤਾਂ ਉਹਨਾਂ ਚੋਂ ਕੁਝ ਗਰੁੱਪ ਇਹੋ ਜਿਹੇ ਹੋ ਸਕਦੇ ਨੇ ਜਿਹੜੇ ਜੇ ਕਹਿੰਦੇ ਨੇ ਕਿ ਅਸੀਂ ਡਾਇਰੈਕਟ ਤਾਂ ਚੋਣਾਂ 'ਚ ਨਹੀਂ ਜਾ ਰਹੇ, ਪਰ ਇਸ ਏਜੰਡੇ ਨੂੰ ਅਸੀਂ ਅੱਗੇ ਪ੍ਰਚਾਰਨ 'ਚ ਮਦਦ ਕਰ ਸਕਦੇ ਹਾਂ, ਤਾਂ ਉਹਨਾਂ ਦੇ ਬੰਦੇ ਵੀ ਅੱਗੇ ਜਿੱਥੇ ਜਿੱਥੇ ਯੂਨਿਟ ਨੇ ਜਾਂ ਅੱਗੇ ਇਹਨੂੰ ਹੋਰ ਪ੍ਰਫੁੱਲਤ ਕਰਨ ਲਈ ਗੱਲ ਕਰ ਸਕਦੇ ਨੇ। ਤੇ ਅਗਲੀ ਗੱਲ ਜਦੋਂ ਇਹ ਏਜੰਡਾ ਹੋਏਗਾ ਤਾਂ ਮੇਰੇ ਖਿਆਲ ਹੈ ਪੱਤਰਕਾਰੀ ਦੇ ਫੀਲਡ ਦੇ ਬੰਦੇ ਵੀ ਇਹ ਏਜੰਡੇ ਨੂੰ ਲੈ ਕੇ ਪਾਰਟੀਆਂ ਤੋਂ ਸਵਾਲ ਪੁੱਛ ਸਕਣਗੇ ਕਿ ਇਹਦਾ ਤੁਸੀਂ ਕੀ, ਜ਼ਰੂਰੀ ਨਹੀਂ ਉਹਨੇ ਕਿਹਾ ਕਿ ਨੇ, ਇੱਕ ਨੌਲੇਜ ਆ ਗਈ ਮਾਰਕੀਟ ਦੇ ਵਿੱਚ, ਉਹ ਜਾਣਕਾਰੀ ਦਾ ਫਾਇਦਾ ਉਠਾ ਕੇ ਕੋਈ ਵੀ ਸਵਾਲ ਕਰੂਗਾ। ਜੇ ਉਹ ਸਵਾਲ ਕਰੂਗਾ ਤਾਂ ਪੋਲੀਟੀਸ਼ੀਅਨ ਨੂੰ ਜਵਾਬ ਦੇਊਗਾ, ਤਾਂ ਜਵਾਬਦੇਹ ਹੋਣਾ ਪਊਗਾ। ਆਟੋਮੈਟਿਕਲੀ ਇੱਕ ਨੈਰੇਟਿਵ ਬਦਲ ਜੂਗਾ ਨਾ, ਕਿ ਜਦੋਂ ਸਵਾਲ ਇਹਦੇ ਨਾਲ ਸੰਬੰਧਿਤ ਹੋਣਗੇ ਤਾਂ ਆਟੋਮੈਟਿਕਲੀ ਨੈਰੇਟਿਵ ਇਹ ਬਣ ਜੂਗਾ। ਜੇ ਸਵਾਲ ਉਹ ਦੂਜੇ ਨੇ ਤਾਂ ਉਹ ਦੂਜਾ ਰਹੂਗਾ। ਇਹਦਾ ਇਹ ਫਾਇਦਾ ਇੱਕ ਹੋਏਗਾ ਇੱਕ ਲੈਵਲ ਦਾ ਸਿਵਲ ਸੁਸਾਇਟੀ ਗਰੁੱਪ ਦੇ ਤੌਰ ਤੇ, ਕਿ ਇੱਕ ਤਾਂ ਉਹ ਜਾਣਕਾਰੀ, ਕਿਉਂਕਿ ਇਹਦੇ 'ਚ ਉਸ ਲੈਵਲ ਦੇ ਬੰਦੇ ਨੇ, ਖੇਤੀ ਤੇ ਦਵਿੰਦਰ ਸ਼ਰਮਾ ਜੀ ਨੇ, ਬਲਵਿੰਦਰ ਸਿੱਧੂ ਵਰਗੇ ਬੰਦੇ ਨੇ ਜਿਨ੍ਹਾਂ ਨੂੰ ਖੇਤੀ ਦੀ ਕਾਫੀ ਹੱਦ ਤੱਕ ਜਾਣਕਾਰੀ ਹੈ। ਖੇਤੀ ਬੁਨਿਆਦੀ ਮੁੱਦਾ ਹੈ ਕਿ ਬਿੱਲ ਵਾਪਸ ਕਰਾ ਕੇ ਆਏ ਆ, ਹੁਣ ਖੇਤੀ ਕਿਵੇਂ ਸੁਧਾਰਨੀ ਹੈ, ਉਹਦਾ ਕੀਤਾ ਕੀ ਜਾਵੇ, ਇਹਦਾ ਮਾਡਲ ਕੀ ਹੋਵੇ, ਲੋਕਾਂ ਨੂੰ ਪਾਰਟੀਆਂ ਤੋਂ ਪੁੱਛਣਾ ਚਾਹੀਦਾ। ਤੇ ਜੇ ਪਾਰਟੀਆਂ ਤੋਂ ਨਹੀਂ ਤਾਂ ਇਹ ਮੰਚ ਵਾਲੇ ਬੰਦਿਆਂ ਤੋਂ ਪੁੱਛ ਲੈਣਾ, ਜਿਹੜੇ ਵੀ ਬੰਦੇ ਇਹਦੇ 'ਚ ਐਕਸਪਰਟ ਨੇ। ਇੱਕ ਹੋਰ ਸਵਾਲ ਹੈ, ਹੁਣ ਦੇਖਦੇ ਅਸੀਂ ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਸਵਾਲ ਹੋ ਰਹੇ ਸੀ, ਬੱਬੂ ਮਾਨ ਬੈਠੇ, ਰਣਜੀਤ ਬਾਵਾ ਬੈਠੇ, ਹੋਰ ਵੀ ਗਾਇਕ ਬੈਠੇ ਨੇ, ਕਿ ਉਹਨਾਂ ਕੋਲ ਇੰਨਾ ਟਾਈਮ ਹੋਊਗਾ, ਸਮਾਂ ਹੋਊਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਾਂ ਦਿੱਤਾ ਜਾਵੇ, ਦੱਸਿਆ ਜਾਵੇ ਸਾਡੇ ਮੁੱਦੇ ਕੀ ਨੇ? ਨਹੀਂ, ਇਹ ਉਹਨਾਂ ਨੇ ਆਪ ਹੀ ਸਵਾਲ ਦਾ ਜਵਾਬ ਐਡਰੈਸ ਕੀਤਾ ਇਸੇ ਤਰੀਕੇ ਦੇ ਨਾਲ। ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੇ ਵਾਕਈ ਪੰਜਾਬ ਦੀ ਹੋਂਦ ਦਾ ਸਵਾਲ ਹੈ ਤਾਂ ਸਾਡੀ ਗਾਇਕੀ, ਸਾਡੀ ਕਲਾਕਾਰੀ ਵੀ ਕਿੱਥੋਂ ਚੱਲਣੀ ਹੈ। ਜੇ ਪੰਜਾਬ ਆਰਥਿਕ ਤੌਰ ਤੇ ਬਰਬਾਦ ਹੋ ਗਿਆ, ਪੰਜਾਬ ਸੱਭਿਆਚਾਰਕ ਤੌਰ ਤੇ ਉਜੜ ਗਿਆ, ਜਿਵੇਂ ਉਜਾੜਾ ਉਸ ਲੈਵਲ ਤੇ ਹੋ ਰਿਹਾ, ਤਾਂ ਇਹ ਉੱਥੇ ਵੀ ਬੋਲਦੇ ਰਹੇ ਨੇ ਕਿਸਾਨਾਂ ਦੀਆਂ ਸਟੇਜਾਂ ਤੇ ਵੀ ਸਾਡੇ ਗੀਤ ਵੀ ਤਾਂ ਬਦਲੇ ਨੇ, ਅਸੀਂ ਤੁਹਾਡੇ ਨਾਲ ਤਾਂ ਕਿਉਂਕਿ ਹੋਂਦ ਦੀ ਲੜਾਈ ਹੈ, ਇਹਦੇ ਨਾਲ ਸਾਡਾ ਕੁਝ ਵੀ ਤਾਂ ਚੱਲਦਾ। ਜੇ ਤੁਹਾਡੇ ਕੋਲ ਕੁਝ ਹੋਏਗਾ ਤਾਂ ਤੁਸੀਂ ਵਿਆਹ ਸ਼ਾਦੀਆਂ ਕਰੋਗੇ ਤਾਂ ਤੁਸੀਂ ਸਾਨੂੰ ਬੁਲਾਓਗੇ, ਨਹੀਂ ਤੁਸੀਂ ਬੁਲਾਉਣਾ ਹੀ ਹਟ ਗਏ ਤਾਂ ਸਾਡੀ ਵੀ ਤਾਂ ਕਿੱਤਾ ਖਤਮ ਹੁੰਦਾ ਨਾ। ਔਰ ਤੁਹਾਡੇ ਯਾਦ ਹੋਣਾ ਸੀਕਰ ਦੇ ਵਿੱਚ ਇੱਕ ਵਾਰ ਨਾ ਵੱਡਾ ਮੁਜ਼ਾਹਰਾ ਹੋਇਆ ਸੀ ਕਿਸਾਨਾਂ ਦਾ, ਉਹਦੇ 'ਚ ਬੈਂਡ ਬਾਜੇ ਵਾਲੇ ਵੀ ਆ ਗਏ, ਉਹਦੇ 'ਚ ਅੱਗ ਬੁਝਾਉਣ ਵਾਲੇ ਵੀ ਆ ਗਏ, ਬਾਕੀ ਲੋਕਾਂ ਨੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤੁਸੀਂ ਕਿਉਂ ਆ ਗਏ? ਉਹ ਕਹਿੰਦਾ ਅਸੀਂ ਇਹਦੇ ਨਾਲ ਜੁੜੇ ਹੋਏ ਆ, ਜੇ ਪੈਸਾ ਇਹਨਾਂ ਦੇ ਘਰ ਨਹੀਂ ਜਾਏਗਾ ਤਾਂ ਬੈਂਡ ਬਾਜੇ ਹੀ ਲਿਆਉਣਾ ਬੰਦ ਕਰ ਦੇਣਗੇ ਤੇ ਪਾਣੀ ਦਾ ਉਹ ਚੀਜ਼ਾਂ ਬੰਦ ਕਰ ਦੇਣਗੇ, ਕਿਉਂਕਿ ਸੁਸਾਇਟੀ ਇੰਨੀ ਜੁੜੀ ਹੋਈ ਹੈ। ਉਸ ਅਹਿਸਾਸ 'ਚੋਂ ਹੌਲੀ ਹੌਲੀ ਅੰਦੋਲਨ ਬਦਲਦਾ ਵੀ ਹੈ। ਇਹ ਕਲਾਕਾਰ ਵੀ ਬਹੁਤੇ ਅੰਦੋਲਨ 'ਚ ਲਗਾਤਾਰ ਰਹੇ। ਆਫਟਰ ਆਲ ਬੰਦਾ ਹੈ, ਬੰਦਾ ਪ੍ਰਭਾਵਿਤ ਵੀ ਹੁੰਦਾ, ਬੰਦਾ ਉਹਦੇ ਨਾਲ ਮੋਲਡ ਵੀ ਹੁੰਦਾ, ਉਹ ਅਹਿਸਾਸ ਵੀ ਬੰਦਿਆਂ ਨੂੰ ਤੋੜ ਦਿੰਦਾ ਉਸ ਸਾਰੇ ਪਾਸੇ। ਹੁਣ ਪਿੰਡਾਂ ਵਿੱਚ ਜਾਂਦੇ ਆ, ਪਿੰਡਾਂ ਵਿੱਚ ਲੋਕ ਕਰਦੇ ਨੇ ਵੀ ਆਹ ਲਈ ਸਿਆਸੀ ਪਾਰਟੀ ਨੇ ਸਾਨੂੰ 300 ਯੂਨਿਟ ਜਾਂ 400 ਯੂਨਿਟ ਦੇ ਦਿੱਤੇ, ਆਹ ਲਈ ਸਿਆਸੀ ਪਾਰਟੀ ਨੇ ਸਾਨੂੰ 1000 ਰੁਪਇਆ ਕਿਹਾ, ਆਹ ਲਈ ਸਿਆਸੀ ਪਾਰਟੀ ਨੇ ਸਾਨੂੰ ਬੱਸਾਂ ਦਾ ਸਫ਼ਰ ਫ੍ਰੀ ਕਰਤਾ। ਉਹ ਕਹਿੰਦੇ ਵੀ ਅਸੀਂ ਤਾਂ ਹੁਣ ਇਹਨੂੰ ਵੋਟ ਪਾਣੀ ਹੈ। ਫਿਰ ਕਿ ਲੋਕਾਂ ਨੂੰ ਪਤਾ, ਮੇਨ ਤਾਂ ਸਵਾਲ ਲੋਕਾਂ ਨੇ ਵੋਟ ਕਰਨੀ, ਕਿ ਲੋਕਾਂ ਨੂੰ ਪਤਾ ਤੁਸੀਂ ਕਹਿੰਦੇ ਮੁੱਦੇ ਲੈ ਕੇ ਜਾਵਾਂਗੇ, ਠੀਕ ਹੈ, ਤੁਸੀਂ ਮੁੱਦੇ ਲੈ ਕੇ ਜਾਓਗੇ ਕਿ ਉਸ ਨਾਲ ਕੁਝ ਬਦਲਿਆ ਜਾ ਸਕਦਾ? ਜੇ ਲੋਕ ਜਿਹੜੇ ਨੂੰ ਸਮਝ ਜਾਣਗੇ ਵੀ ਸਾਡੇ ਮੁੱਦੇ ਬੱਸਾਂ ਵਿੱਚ ਸਫ਼ਰ ਫ੍ਰੀ ਕਰਨਾ, ਸਾਡੇ ਮੁੱਦੇ 300 ਯੂਨਿਟ ਫ੍ਰੀ ਕਰਨਾ ਨਹੀਂ ਹੈਗਾ, ਸਾਡੇ ਮੁੱਦੇ ਹੋਰ ਬੜੇ ਨੇ। ਤੁਸੀਂ ਹੈਲਥ ਦੀ ਗੱਲ ਕੀਤੀ ਹੈ, ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ, ਕਿ ਲੋਕੀ ਸਮਝ ਕੇ ਵੋਟ ਪਾਉਣਗੇ ਫਿਰ? ਨਹੀਂ, ਬਿਲਕੁਲ ਲੋਕਾਂ ਦੀ ਸਮਝ ਤੋਂ ਬਿਨਾਂ ਤਾਂ ਕੋਈ ਤਬਦੀਲੀ ਆਉਣੀ, ਚਾਹੇ ਕੋਈ ਪਾਰਟੀ ਬਣ ਜਾਏ, ਚਾਹੇ ਕੋਈ ਮੰਚ ਬਣ ਜਾਏ, ਜਿਹੜਾ ਮਰਜ਼ੀ ਹੈ। ਉਹ ਇਹ ਕਹਿ ਰਿਹਾ ਗਰੁੱਪ ਕਿ ਹੁਣ ਲੋਕਾਂ ਦੀ ਸਮਝ ਦੇ ਵਿੱਚ ਇੱਕ ਹੱਦ ਤੱਕ ਤਬਦੀਲੀ ਆਈ ਹੋਈ ਹੈ। ਸਵਾਲ ਪੁੱਛਣ ਦੀ, ਸਵਾਲ ਪੁੱਛਣਾ ਕੀ ਹੈ? ਹਾਂ, ਹੁਣ ਉਹਨਾਂ ਕੋਲ ਇਹ ਮੈਟਰ ਚਾਹੀਦਾ ਕਿ ਸਵਾਲ ਹੈ ਤਾਂ ਸਹੀ, ਕਰਨਾ ਕੀ ਹੈ। ਤੇ ਉਹਨਾਂ ਨੂੰ ਇਹੀ ਦਿੱਤਾ ਜਾ ਰਿਹਾ ਕਿ ਭਾਈ ਇਹ ਨਾ ਕਹੋ ਕਿ ਉਹਨੇ ਤੁਹਾਨੂੰ 1000 ਰੁਪਇਆ ਦੇਣਾ ਜਾਂ ਉਹਨੇ ਕੀ ਕਰਨਾ। ਤੁਸੀਂ ਉਹਨੂੰ ਕਹੋ ਵੀ ਇਹਦੇ ਲਈ ਪੈਸਾ ਕਿੱਥੋਂ ਆਊਗਾ, ਤੁਸੀਂ ਉਹਨੂੰ ਪੁੱਛੋ ਦੇ ਦੇ, ਮੈਨੂੰ ਨਹੀਂ ਕੋਈ ਇਤਰਾਜ਼ ਜੇ ਦੇਣਾ ਹੈ, ਪਰ ਇਹ ਲਿਆਏਗਾ ਕਿੱਥੋਂ? ਸਾਡਾ ਹੀ ਕੁਝ ਵੇਚ ਕੇ ਤਾਂ ਨਹੀਂ ਧਰ ਦੇਗਾ, ਇਹਦੋਂ ਡਬਲ ਵੇਚਦੇ ਤੇ ਆ ਨਾ ਹੋਵੇ। ਇਸੇ ਕਰਕੇ ਸਾਡਾ ਹੀ ਜਿਹੜਾ ਇਹ ਸਿਸਟਮ ਹੈ ਉਹ ਸਾਰਾ ਕਿਸ ਤਰੀਕੇ ਨਾਲ ਕੀਤਾ ਜਾਏ, ਇਹ ਸਵਾਲ ਆਉਣਗੇ ਲੋਕਾਂ ਦੇ ਵਿੱਚ। ਜਿਹੜਾ ਖੇਤੀ ਵਾਲਾ ਉਹ ਖੇਤੀ ਵਾਲੇ ਸਵਾਲ ਇਹ 'ਚੋਂ ਲੈ ਸਕਦਾ, ਜਿਹੜਾ ਸਿੱਖਿਆ ਵਾਲਾ, ਸਿਹਤ ਵਾਲਾ, ਉਹ ਸਾਰੇ ਸਵਾਲ ਇਹਦੇ 'ਚ ਖੜੇ ਨੇ, ਤੇ ਵੱਖ-ਵੱਖ ਕਿਸਮ ਦੇ ਸਵਾਲ ਕਰਨ ਦਾ ਲੋਕਾਂ ਕੋਲ ਇੱਕ ਜ਼ਰੀਆ ਬਣ ਜਾਊਗਾ। ਅੱਛਾ ਸਰ, ਹੁਣ ਪੰਜਾਬ 'ਚ ਪਿੰਡਾਂ ਦੀ ਕਰੀਏ, ਕਈ ਪਿੰਡ ਇਹੋ ਜਿਹੇ ਵੀ ਹੈਗੇ ਨੇ ਲੀਡਰ ਤਾਂ ਹਰ ਪਿੰਡ ਵਿੱਚ, ਹਰ ਘਰ ਵਿੱਚ ਪਹੁੰਚਦੇ ਆ, ਪਰ ਉਹਨਾਂ ਕੋਲ ਗੱਲਾਂ ਨਹੀਂ ਪਹੁੰਚਦੀਆਂ ਪਈਆਂ। ਠੀਕ ਹੈ, ਸੋਸ਼ਲ ਮੀਡੀਆ ਜ਼ਮਾਨਾ ਹੈਗਾ, ਪਰ ਸੋਸ਼ਲ ਮੀਡੀਆ ਦੇ ਵਿੱਚ ਵੀ ਸ਼ਾਇਦ ਸਾਰੇ ਜੁੜੇ ਹੋਣਗੇ, ਪਰ ਮੁੱਦਿਆਂ ਲੈ ਕੇ ਲੱਗਦਾ ਵੀ ਹੱਲੇ ਵੀ ਚਰਚਾ ਹੋਣੀ ਚਾਹੀਦੀ। ਤੁਸੀਂ ਗਰੁੱਪ ਬਣਾ ਦਿੱਤਾ, ਜਿਵੇਂ ਜਾਂ ਤੁਸੀਂ ਜਿੰਨੇ ਵੀ ਵਿਅਕਤੀ ਹੋ ਅਲੱਗ-ਅਲੱਗ ਪਿੰਡਾਂ ਵਿੱਚ ਵੀ ਜਾਂਦੇ ਹੋ, ਜਾਂ 10 15 20 ਦਿਨ ਵੀ ਚਲੇ ਜਾਂਦੇ ਹੋ, ਵੀ ਪੰਜਾਬ ਨੂੰ ਗੱਲ ਸਮਝ ਆ ਜਾਊਗੀ, ਜਾਂ ਪੰਜਾਬ ਦੇ ਲੋਕ ਉਹ ਗੱਲ ਜਿਹੜੇ ਹੈਗੇ ਨੇ ਮੰਨ ਲੈਣਗੇ? ਨਹੀਂ, ਕੋਈ 15-20 ਬੰਦਿਆਂ ਦਾ ਕੁਐਸਚਨ ਨਹੀਂ, ਇਹਦੇ ਨਾਲ ਹੋਰ ਬਹੁਤ ਲੋਕ ਹੋਣਗੇ ਜਿਹੜੇ ਏਜੰਡੇ ਦੀ ਤਲਾਸ਼ ਦੇ ਵਿੱਚ ਨੇ। ਇਹੋ ਜਿਹਾ ਬਹੁਤ ਲਾਟ ਹੈ ਜਿਹੜਾ ਅੰਦੋਲਨ ਨੇ ਹਜ਼ਾਰਾਂ ਬੰਦਿਆਂ ਦਾ, ਲੱਖਾਂ ਦਾ ਤਿਆਰ ਕੀਤਾ, ਜਿਹੜੇ ਬੰਦੇ ਤਬਦੀਲੀ ਚਾਹੁੰਦੇ ਨੇ। ਤੇ ਜਿਹੜੇ ਬੰਦੇ ਤਬਦੀਲੀ ਚਾਹੁੰਦੇ ਨੇ ਤੇ ਉਹਨਾਂ ਕੋਲ ਇਹ ਗੱਲ ਜਾਣੀ ਹੈ। ਤੇ ਇਸੇ ਕਰਕੇ ਇਸ ਦੀ ਖਾਸੀਅਤ ਇਹ ਹੈ ਵੀ ਇਹਦੇ 'ਚ ਮਹਾਰਾਣਾ ਲੋਕ ਵੀ ਨੇ, ਇਹਦੇ 'ਚ ਪਾਪੂਲਰ ਲੋਕ ਵੀ ਨੇ, ਦੋਨੋਂ ਟਾਈਪ ਦੇ ਲੋਕ ਨੇ। ਜਿਹੜਾ ਪਾਪੂਲਰ ਬੰਦਾ ਹੈ, ਉਹਦੇ ਗੈਦਰਿੰਗ ਦੇ ਵਿੱਚ ਵੀ ਜਦੋਂ ਗੱਲ ਜਾਂਦੀ ਹੈ ਤਾਂ ਉਹਨੂੰ ਉਹ ਫੋਲੋ ਵੀ ਕਰਦੇ ਨੇ। ਇਹ ਦੋਨੋਂ ਟਾਈਪ ਦੀ ਬਰੀਡ ਉਹਦੇ 'ਚ। ਕਈ ਵਾਰ ਹੁੰਦਾ ਕਿ ਇਕੱਲੇ ਗਾਇਕ ਆਉਂਦਾ ਤੇ ਉਹਦੇ ਕੋਲ ਉਹ ਸਮਝ ਨਹੀਂ ਹੁੰਦੀ, ਕਈ ਵਾਰ ਹੁੰਦਾ ਇਕੱਲੇ ਸਮਝਦਾਰ ਬੰਦੇ 4 ਬੰਦਿਆਂ 'ਚ ਦੱਸੀ ਜਾਂਦੇ ਨੇ ਤੇ ਉਹਦੇ ਕੋਲ ਉਹ ਨਹੀਂ ਹੁੰਦਾ। ਉਹ ਦੋਨੋਂ ਗੱਲਾਂ ਦਾ ਸੁਮੇਲ ਹੈ।
ਤਾਂ ਇਹਦੇ ਨਾਲ ਗੱਲ ਅੱਗੇ ਤੁਰਨੀ ਹੈ ਇਸ ਪੱਧਰ ਦੇ ਉੱਤੇ ਕਿ ਉਹ ਯੂਥ 'ਚ ਜਾਏਗੀ, ਬਾਕੀ ਲੋਕਾਂ ਦੇ ਵਿੱਚ ਜਾਏਗੀ, ਤਾਂ ਉਹ ਅੱਗੇ ਵਾਹਕ ਬਣ ਜਾਣਗੇ। ਜਿਵੇਂ ਕਿਸਾਨ ਅੰਦੋਲਨ ਵੀ ਇਕੱਲੇ ਲੀਡਰਾਂ ਨੇ ਬੈਠ ਕੇ ਥੋੜੀ ਕਰ ਲਿਆ ਉੱਤੇ। ਜਦੋਂ ਲੋਕਾਂ ਨੂੰ ਲੱਗਿਆ ਇਹ ਸਾਡਾ ਅੰਦੋਲਨ ਹੈ ਤਾਂ ਪਿੰਡ ਪਿੰਡ ਘਰ ਘਰ ਆਪੋ ਆਪਣੀਆਂ ਮੈਨੇਜਮੈਂਟਾਂ ਹੋ ਗਈਆਂ, ਆਪੋ ਆਪਣੀਆਂ ਗੱਲਾਂ ਹੋ ਗਈਆਂ। ਕਿਵੇਂ ਮਾਈਆਂ ਕੱਢੀ ਕੱਢੀ ਬਜ਼ੁਰਗ ਔਰਤ ਦੱਸ ਦਿੰਦੀ ਆ ਵੀ ਅਸੀਂ ਕਾਹਦੇ ਵਾਸਤੇ ਆਏ ਆ। ਲੋਕ ਪਹਿਲਾਂ ਕਰਦੇ ਸੀ ਨਾ ਗੋਦੀ ਮੀਡੀਆ, ਇਹਨੂੰ ਪਤਾ ਨਹੀਂ ਹੋਣਾ, ਮਾਈ ਨੂੰ ਜਾ ਕੇ ਪੁੱਛਦੇ ਆ ਵੀ ਸ਼ਾਇਦ ਇਹੀ ਗੱਲ ਬਣ ਜੇ। ਜਦੋਂ ਲੋਕ ਮੂਵਮੈਂਟ 'ਚ ਹੁੰਦੇ ਨੇ ਉਦੋਂ ਲੋਕਾਂ ਦੀ ਸਮਝ ਵੀ ਬੜੇ ਵੱਡੇ ਪੈਮਾਨੇ ਦੇ ਉੱਤੇ ਵੱਧਦੀ ਹੈ। ਇਹ ਉਹਦੇ ਵਿੱਚ ਹੋਰ ਭੂਮਿਕਾ ਨਿਭਾਉਣ ਦਾ ਇੱਕ ਜ਼ਰੀਆ ਹੈ ਕਿ ਉਹਨੂੰ ਥੋੜਾ ਜਿਹਾ ਹੋਰ ਲਗਾਤਾਰ ਕਿਵੇਂ ਰੱਖਿਆ ਜਾਏ, ਔਰ ਲਗਾਤਾਰ ਜੋ ਉਹਨਾਂ ਦੀ ਡਿਮਾਂਡ ਹੋਏਗੀ ਉਹਨਾਂ ਨੂੰ ਹੋਰ ਇਨਪੁਟ ਕਿਵੇਂ ਦਿੱਤੀ ਜਾਏ ਕਿ ਆਹ ਚੀਜ਼ਾਂ ਆ ਸਕਦੀਆਂ। ਅੱਛਾ, ਮੇਰੇ ਇੱਕ ਸਵਾਲ ਹੈ ਕਿ ਤੁਸੀਂ ਕੈਮਰੇ ਅੱਗੇ ਦੱਸ ਦਿਓ ਲੋਕਾਂ ਨੂੰ ਕਿਹੜੇ ਮੁੱਦਿਆਂ ਦੇ ਉੱਤੇ ਉਹਨੂੰ ਬੋਲਣ, ਕਿਉਂਕਿ ਬਹੁਤ ਫ੍ਰੀ ਦਾ ਹੋ ਗਿਆ, ਬਹੁਤ ਬੱਸਾਂ ਦਾ ਸਫ਼ਰ ਹੋ ਗਿਆ, ਬਹੁਤ 1000 ਰੁਪਈਆ ਅਕਾਊਂਟ 'ਚ ਆਉਣਾ ਵੀ ਹੋ ਗਿਆ। ਹੁਣ ਤੁਸੀਂ ਦੱਸ ਦਿਓ 2-4 ਇਹੋ ਜਿਹੇ ਮੁੱਦੇ ਕਿ ਲੋਕੀ ਆਪਣੇ ਲੀਡਰਾਂ ਨੂੰ ਸਵਾਲ ਕਰਨ ਵੀ ਲੀਡਰਾਂ ਨੇ ਇਹ ਪੁੱਛਣਾ, ਲੀਡਰਾਂ ਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਸਾਡੇ ਲਈ ਕੀ ਦੇਵੋਗੇ, ਲੀਡਰਾਂ ਨੇ ਪੁੱਛਣਾ ਤੁਸੀਂ ਸਾਡੇ ਲਈ ਕਿਵੇਂ ਦੇਵੋਗੇ, ਪੈਸਾ ਕਿੱਥੋਂ ਆਊਗਾ। ਬਿਲਕੁਲ, ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈ ਕਿ ਪਹਿਲਾਂ ਤਾਂ ਇਹ ਪੁੱਛਣਾ ਹੈ ਵੀ ਪਹਿਲਾਂ ਵੀ ਤੁਸੀਂ ਇਹੀ ਕੰਮ ਕਰਦੇ ਸੀ, ਪਹਿਲਾਂ ਜਿਹੜੇ ਤੁਹਾਡੇ ਮੈਨੀਫੈਸਟੋ ਸੀ ਉਹੀ ਕਿਉਂ ਨਹੀਂ ਲਾਗੂ ਹੋਏ। ਨੰਬਰ 1, ਪਹਿਲਾਂ ਤੁਸੀਂ ਸਾਡੇ 'ਚ ਹੀ ਰਹੇ ਹੋ ਤੇ ਤੁਸੀਂ ਇਦੋਂ ਪਹਿਲਾਂ ਕੀ ਕੀਤਾ। ਜਿਹੜਾ ਤਾਂ ਸੱਤਾ 'ਚ ਉਹਨੂੰ ਤਾਂ ਇਹ ਪੁੱਛਣਾ ਕਿ ਪੌਣੇ 5 ਸਾਲ 'ਚ ਕੀ ਕੀਤਾ, ਤੇ ਜਿਹੜਾ ਸੱਤਾ 'ਚ ਨਹੀਂ ਹੈ ਉਹਨੂੰ ਇਹ ਪੁੱਛਣਾ ਵੀ ਵਿਰੋਧੀ ਧਿਰ ਦੇ ਤੌਰ ਤੇ ਵੀ ਤੂੰ ਕੀ ਕੀਤਾ। ਕਦੇ ਮੂਵਮੈਂਟ ਲੜੀ, ਕਦੇ ਲੋਕਾਂ ਨੂੰ ਮੋਬਿਲਾਈਜ਼ ਕਰਕੇ ਸਾਡੇ ਨਾਲ ਸਾਨੂੰ ਲੈ ਕੇ ਗਏ, ਸਾਡੇ ਮੁੱਦਿਆਂ ਤੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਕੀ ਕੀਤਾ। ਤੇ ਇੱਕ ਸਵਾਲ ਇਹ ਪੁੱਛਣਾ ਜ਼ਰੂਰੀ ਹੈ ਕਿ ਜਿਹੜੀਆਂ ਮੇਨ ਪਾਰਟੀਆਂ ਨੇ, ਜਿਵੇਂ ਅਕਾਲੀ ਦਲ ਨੇ ਕਹਿਤਾ ਹੈ ਕਿ ਮੈਂ 10 ਲੱਖ ਰੁਪਇਆ ਅਸੀਂ ਦਿਆ ਕਰਾਂਗੇ ਬਿਨਾਂ ਵਿਆਜ ਜਿਹੜਾ ਬੰਦਾ ਬਾਹਰ ਜਾਣਾ ਚਾਹੁੰਦਾ, ਤੇ ਕਾਂਗਰਸ ਨੇ ਕਿਹਾ ਸੀ, ਅਮਰਿੰਦਰ ਸਿੰਘ ਨੇ ਕਿ ਜੀ ਅਸੀਂ ਆਈਲੈਟਸ ਫ੍ਰੀ ਕਰ ਦਾਂਗੇ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਵਸਾਉਣਾ ਚਾਹੁੰਦੇ ਹੋ ਜਾਂ ਪੰਜਾਬ ਨੂੰ ਉਜਾੜਨਾ ਚਾਹੁੰਦੇ ਹੋ। ਜੇ ਵਸਾਉਣਾ ਚਾਹੁੰਦੇ ਆ ਤਾਂ ਇੱਥੇ ਦੇ ਲੋਕਾਂ ਨੂੰ, ਇੱਥੇ ਨੌਜਵਾਨ ਨੂੰ ਇੱਥੇ ਰੱਖਣ ਲਈ ਰੁਜ਼ਗਾਰ ਕਿੱਥੇ ਹੈ, ਉਹ ਕਿਵੇਂ ਦਿਓਗੇ। ਘਰ ਘਰ ਰੁਜ਼ਗਾਰ ਤਾਂ ਪੂਰਾ ਨਹੀਂ ਹੋਇਆ ਤੇ ਤੁਸੀਂ ਰੁਜ਼ਗਾਰ ਕਿਵੇਂ ਦਿਓਗੇ। ਖੇਤੀ 'ਚ ਘਾਟੇ 'ਚ, ਉਦਯੋਗ 'ਚ ਰੁਜ਼ਗਾਰ ਨਹੀਂ ਹੈ, ਸੇਵਾ ਦੇ ਖੇਤਰ ਦੇ ਵਿੱਚ ਤੁਸੀਂ ਰੁਜ਼ਗਾਰ ਪੈਦਾ ਨਹੀਂ ਕਰ ਰਹੇ, ਆਏਗਾ ਕਿੱਥੋਂ। ਰੁਜ਼ਗਾਰ ਤਾਂ ਮੁੱਢਲੀ ਲੋੜ ਹੈ ਨਾ। ਫਿਰ ਵਿੱਦਿਆ ਦਾ ਸਵਾਲ ਹੈ, ਸਿਹਤ ਦਾ ਸਵਾਲ ਹੈ। ਗਰੀਬ ਤੇ ਅਮੀਰ ਦਾ ਪਾੜਾ ਇੰਨਾ ਵੱਧ ਗਿਆ ਕਿ ਕੁਛ ਸਰਕਾਰੀ ਸਕੂਲਾਂ 'ਚ ਰਹਿ ਗਿਆ, ਗਰੀਬ ਆਦਮੀ ਦਾ ਬੱਚਾ ਦੂਜੇ ਪ੍ਰਾਈਵੇਟ ਸਕੂਲਾਂ 'ਚ ਨਹੀਂ। ਉਹ ਐਡਾ ਵੱਡਾ ਗੈਪ ਹੈ। ਉਹ ਗੈਪ ਦੇ ਵਿੱਚ ਬਰਾਬਰ ਦੀ ਐਜੂਕੇਸ਼ਨ ਤੁਸੀਂ ਦਿਓਗੇ ਕਿਵੇਂ। ਤੁਹਾਡੇ ਕੋਲ ਕਿੱਥੋਂ ਪੈਸਾ ਆਊ, ਕਿੱਥੋਂ ਇੰਨਾ ਟੈਲੈਂਟ ਆਊ, ਕਿਸ ਲੈਵਲ ਦੀਆਂ ਚੀਜ਼ਾਂ ਹੋਣਗੀਆਂ। ਫਿਰ ਇਸੇ ਤਰੀਕੇ ਦੇ ਨਾਲ ਸਿਹਤ ਦਾ ਜਿਹੜਾ ਸਵਾਲ ਹੈ, ਸਿਹਤ ਦੇ ਤੌਰ ਤੇ 85% ਬੰਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂਦਾ, ਖਰਚ ਕਰਦਾ ਆਪਣੀ ਜੇਬ 'ਚੋਂ। ਤੇ ਜੇ ਸਿਹਤ ਦੇ ਵਿੱਚ ਤੁਹਾਡੇ ਆਪਣੇ ਹਸਪਤਾਲ ਤੇ ਆਪਣੀਆਂ ਡਿਸਪੈਂਸਰੀਆਂ 'ਚ ਸਟਾਫ, ਡਾਕਟਰ ਤੇ ਦਵਾਈਆਂ ਪੂਰੀਆਂ ਨਹੀਂ ਹੈ ਤਾਂ ਤੁਸੀਂ ਉਹਦੇ ਤੇ ਕਿੱਥੋਂ ਖਰਚ ਕਰੋ। ਖਰਚ ਕਿਉਂ ਨਹੀਂ ਕਰਦੇ ਫਿਰ ਉਸ ਲੈਵਲ ਤੇ ਜਿੰਨਾ ਸਿਹਤ ਨੂੰ ਚਾਹੀਦਾ। ਅੱਛਾ, ਇੱਕ ਹੋਰ ਵੀ ਸਵਾਲ ਅਹਿਮ ਹੈ ਕਿ ਪੰਜਾਬ ਦਾ ਹਰ ਇੱਕ ਸ਼ਖਸ ਸੂਈ ਤੋਂ ਲੈ ਕੇ ਜਹਾਜ਼ ਤੱਕ ਟੈਕਸ ਦਿੰਦਾ, ਫਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਕਿਉਂ ਗਿਆ। ਕਿ ਇਹ ਵੀ ਉਮੀਦਵਾਰਾਂ ਕੋਲ ਸਵਾਲ ਹੋਣੇ ਚਾਹੀਦੇ ਨੇ। ਨਹੀਂ, ਹੋਣਾ ਹੀ ਚਾਹੀਦਾ ਕਿ ਜੇ ਕੋਈ ਘਰ ਕਰਜ਼ਾਈ ਹੋ ਜਾਂਦਾ ਗਲਤ ਪਾਲਿਸੀ ਕਰਕੇ, ਇੱਕ ਲੋਕਾਂ ਨੇ ਤਾਂ ਨਹੀਂ ਨਾ ਕੀਤਾ, ਜਿਹੜੇ ਚੁਣੇ ਜਾਂਦੇ ਰਹੇ ਲੋਕ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਰੱਖੇ। ਔਰ ਤੁਸੀਂ ਦੇਖੋ ਕਿ ਜੇ ਪਰਿਵਾਰ ਦਾ ਮੁਖੀ ਮੁਕੱਦਮੇਬਾਜ਼ ਹੋ ਜੇ, ਨਸ਼ਈ ਹੋ ਜੇ, ਤਾਂ ਆਮਦਨ ਜਿੰਨੀ ਮਰਜ਼ੀ ਹੋ ਜਾਏ ਉਹ ਚੱਟ ਜਾਂਦਾ। ਤੇ ਇੱਥੇ ਮੁਖੀ ਹੁਣ ਇਸ ਲੈਵਲ ਦੇ ਕੰਮ ਕਰਦੇ ਨੇ, ਇਹ ਵੀ ਵੱਡਾ ਪਰਿਵਾਰ ਹੀ ਹੈ ਨਾ ਪੰਜਾਬ ਜਿਹਨੂੰ ਆਪਾਂ ਗੱਲ ਕਰਦੇ ਹਾਂ। ਉਹਨਾਂ ਦਾ ਤਾਂ ਚੇਤਾ ਹੀ ਨਹੀਂ। ਹੁਣ ਸਰਕਾਰ ਕਹਿੰਦੀ ਹੈ, ਪਹਿਲੇ 4 ਸਾਲ ਸਰਕਾਰ ਕਹਿੰਦੀ ਹੈ ਵਿੱਤੀ ਸੰਕਟ 'ਚ, ਬਜਟ 'ਚ ਪੈਸਾ ਨਹੀਂ। ਆਖਰੀ ਸਾਲ ਉਹ ਕਹਿੰਦੀ ਹੈ ਵੀ ਖਜ਼ਾਨਾ ਭਰਪੂਰ ਹੈ, ਪੈਸੇ ਬਹੁਤ ਨੇ, ਜਿੰਨੇ ਮਰਜ਼ੀ ਲੈ ਜਾਓ। ਜਦੋਂ ਆ ਫ੍ਰੀ ਦੀਆਂ ਚੀਜ਼ਾਂ ਕਰਦੇ ਨੇ ਉਦੋਂ ਬਾਅਦ ਉਹ ਇਹ ਲੈ। ਫਿਰ ਇਹਦੇ 'ਚ ਗੈਪ ਕਿਉਂ ਹੈ ਐਡਾ ਵੱਡਾ। ਔਰ ਦੂਜੀ ਗੱਲ ਇਹ ਵੀ ਹੈ ਕਿ ਸਰਕਾਰ ਬੇਸਿਕ ਢਾਂਚੇ 'ਚ ਤਬਦੀਲੀ ਨਹੀਂ। ਇੱਕ ਤਾਂ ਫੈਡਰਲਿਜ਼ਮ ਦਾ ਕੁਐਸਚਨ ਪੰਜਾਬ ਦੇ ਤੇ ਹੋਰ ਸੂਬਿਆਂ ਦੇ ਭਵਿੱਖ ਦਾ ਬਹੁਤ ਵੱਡਾ ਮੁੱਦਾ ਬਣ ਜਾਣਾ ਚਾਹੀਦਾ 2024 ਦੀ ਇਲੈਕਸ਼ਨ 'ਚ ਘੱਟੋ ਘੱਟ, ਬਾਕੀ ਸੂਬਿਆਂ ਨੂੰ ਵੀ ਰਲਾ ਕੇ। ਦੂਜੀ ਗੱਲ ਇਹ ਪੁੱਛੀ ਜਾਣੀ ਚਾਹੀਦੀ ਹੈ ਪੰਜਾਬ ਦੀਆਂ ਪਾਰਟੀਆਂ ਤੋਂ ਕਿ ਤੁਸੀਂ ਕੇਂਦਰ ਤੋਂ ਤਾਂ ਅਧਿਕਾਰ ਮੰਗਦੇ ਹੋ, ਠੀਕ ਹੈ, ਮੰਗਣੇ ਚਾਹੀਦੇ ਨੇ, ਪਰ ਤੁਸੀਂ ਅਧਿਕਾਰ ਕਿਉਂ ਨਹੀਂ ਦਿੰਦੇ ਹੇਠਾਂ ਲੋਕਾਂ ਨੂੰ। ਜਿਹੜੇ 73ਵੀਂ ਸੰਵਿਧਾਨਕ ਸੋਧ ਹੈ ਪੰਚਾਇਤੀ ਰਾਜ ਨੂੰ ਕਿਉਂ ਨਹੀਂ ਦਿੰਦੇ। ਤੁਸੀਂ ਜਿਹੜਾ ਲੋਕਲ ਬਾਡੀ ਨੂੰ 18 ਡਿਪਾਰਟਮੈਂਟ ਟ੍ਰਾਂਸਫਰ ਕਰਨੇ ਨੇ, ਉਹ 28 ਸਾਲ ਹੋ ਗਏ ਅੱਜ ਤੱਕ, ਵੱਖ-ਵੱਖ ਸਰਕਾਰਾਂ ਆਈਆਂ ਨੇ, ਤੁਸੀਂ ਤੁਹਾਡੇ ਏਜੰਡੇ ਦਾ ਉਹ ਹਿੱਸਾ ਕਿਉਂ ਨਹੀਂ ਹੈ। ਤੇ ਇਹ ਸਾਰੇ ਪ੍ਰੋਸੈਸ ਦੇ ਵਿੱਚੋਂ ਹੀ ਲੋਕ ਜਦੋਂ ਸਵਾਲ ਕਰਨਾ ਸ਼ੁਰੂ ਕਰਨਗੇ ਲੀਡਰਾਂ ਤੇ, ਤਾਂ ਉਹਨਾਂ ਨੂੰ ਕੁਝ ਸੋਚਣਾ ਪਏਗਾ। ਅੱਜ ਤੱਕ ਤਾਂ ਮੈਨੂੰ ਲੱਗਦਾ ਜਿਹੜੇ ਬੰਦੇ ਜਾਣਗੇ ਉਹ ਪੰਚਾਇਤੀ ਰਾਜ ਐਕਟ ਜਾਂ ਮਨਰੇਗਾ ਦਾ 100 ਡੇ 100 ਦਿਨ ਦੇ ਕੰਮ ਦੇ ਅਧਿਕਾਰ ਦਾ ਜਿਹੜਾ ਸਵਾਲ ਹੈ, ਤੁਸੀਂ ਉਹਨੂੰ ਵੀ ਨਹੀਂ ਪੂਰਾ ਕਰ ਰਹੇ, ਉਹ ਤੁਹਾਡੇ ਏਜੰਡੇ ਦਾ ਹਿੱਸਾ ਵੀ ਨਹੀਂ ਹੈ, ਤੇ ਕਿਉਂ ਨਹੀਂ ਕਰਦੇ। ਇਹ ਸਾਰਾ ਸਵਾਲ ਮੇਰੇ ਖਿਆਲ ਉਸ ਪੱਧਰ ਦੇ ਉੱਤੇ ਕਰਨ ਦਾ ਸਵਾਲ ਹੈ। ਜਿਵੇਂ ਜਿਵੇਂ ਅਸੀਂ ਉਹ ਸਵਾਲ ਕਰਨ ਲੱਗੇ ਉਵੇਂ ਉਹ ਜਵਾਬਦੇਹੀ ਜਿਹੜੀ ਆ ਹੋਰ ਹੋਣੀ ਸ਼ੁਰੂ ਹੋ ਜਾਏਗੀ। ਅੱਛਾ ਸਰ, ਇੱਕ ਆਖਰੀ ਸਵਾਲ ਹੈ ਕਿ ਉਮੀਦਵਾਰ ਨੂੰ ਚੁਣ ਕੇ ਭੇਜਦੇ ਆਪਾਂ ਵੋਟਾਂ ਦੇ ਨਾਲ, ਜੇ ਉਹੀ ਉਮੀਦਵਾਰ 5 ਸਾਲ ਦੇ ਵਿੱਚ ਜਾਂ 2 ਜਾਂ 3 ਸਾਲ ਬਾਅਦ ਲੋਕਾਂ ਨੇ ਕਹਿਤਾ ਵੀ ਇਹ ਕੰਮ ਨਹੀਂ ਕਰ ਰਿਹਾ, ਹੁਣ ਉਹਨੂੰ ਵਾਪਸ ਕਿਵੇਂ ਬੁਲਾਉਣਾ ਹੈ, ਉਹਨੂੰ MLA ਜਾਂ MP ਮੈਂਬਰਸ਼ਿਪ ਤੋਂ ਕਿਵੇਂ ਥੱਲੇ ਉਤਾਰਨਾ ਹੈ।
ਕਿ ਇਹ ਵੀ ਸੰਵਿਧਾਨ ਵਿੱਚ ਹੈਗਾ। ਚਾਹੇ ਸਰਪੰਚ ਹੈ, ਸਰਪੰਚ ਕੰਮ ਨਹੀਂ ਕਰ ਰਿਹਾ 5 ਸਾਲ ਦੇ ਵਿੱਚ ਜਾਂ 2 ਜਾਂ 3 ਸਾਲ ਦੇਖਿਆ ਉਹਨੂੰ ਨਹੀਂ ਕੰਮ ਕਰ ਰਿਹਾ, ਉਹਨੂੰ ਥੱਲੇ ਕਿਵੇਂ ਉਤਾਰਨਾ ਹੈ? ਕੋਈ ਇਹ ਸੰਵਿਧਾਨ ਵਿੱਚ ਹੈਗਾ? ਨਹੀਂ, ਇਹ ਸੰਵਿਧਾਨ ਦੇ ਵਿੱਚ ਉਵੇਂ ਨਹੀਂ ਹੈ, ਪਰ ਪਹਿਲੀ ਗੱਲ ਰਾਈਟ ਟੂ ਰੀਕਾਲ ਬਹੁਤ ਦੇਸ਼ਾਂ ਦੇ ਵਿੱਚ ਹੈ, ਸਾਡੇ ਬਾਕੀ ਦੇਸ਼ਾਂ ਵਿੱਚ ਜਾਨੀ ਕਿ ਹੈਗਾ, ਕਾਫੀ ਦੇਸ਼ਾਂ ਦੇ ਵਿੱਚ ਹੈ, ਸਵਿਟਜ਼ਰਲੈਂਡ 'ਚ ਹੋਰ ਕਿੰਨਿਆਂ 'ਚ ਹੈ। ਦੂਜੀ ਗੱਲ ਇਹ ਹੈ ਕਿ ਸਾਡੇ ਵੀ ਕਿੰਨੀਆਂ ਸਟੇਟਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤ ਦੇ ਵਿੱਚ ਇਹ ਹੈਗਾ। ਸਾਡੇ ਪੰਜਾਬ ਦੇ ਪੰਚਾਇਤੀ ਰਾਜ 'ਚ ਵੀ ਸਰਪੰਚ ਨੂੰ ਬਦਲਦਾ ਸੀਗਾ, ਉਹ 2007 'ਚ ਜਦੋਂ ਅਕਾਲੀ ਸਰਕਾਰ ਆਈ ਹੈ ਉਹਨਾਂ ਨੇ ਕੱਢਤਾ। ਉਹ ਵੀ ਲੋਕ ਗ੍ਰਾਮ ਸਭਾ ਜਿਹੜੀ ਪਿੰਡ ਦੀ ਸੀ ਉਹ ਸਰਪੰਚ ਨੂੰ 2 ਸਾਲਾਂ ਬਾਅਦ ਵਾਪਸ ਬੁਲਾ ਸਕਦੇ ਸੀ। ਔਰ ਇਸੇ ਤਰ੍ਹਾਂ ਹੁਣ ਜਿਹੜੇ ਐਮਐਲਏ ਐਮਪੀ ਨੂੰ ਵੀ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਜਾਂ ਪਾਰਟੀ ਨੂੰ 2-3 ਗੱਲਾਂ ਕਰਨ ਦੀ ਲੋੜ ਹੈ ਜਿਹੜਾ ਇਹਦੇ 'ਚ ਲਿਖੀਆਂ ਨੇ। ਇੱਕ ਤਾਂ ਇਹ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਜਿਹੜਾ ਚੋਣ ਮੈਨੀਫੈਸਟੋ ਹੈ, ਤਾਂ ਕਿ ਫਰਾਡ ਨਾ ਹੋਵੇ। ਦੂਜਾ, ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਲੋਕਾਂ ਨੂੰ। ਉਹ ਵਾਪਸ ਬੁਲਾਉਣ ਦਾ ਹੱਕ ਜਿਹੜਾ ਹੈ ਉਹ ਕਿਵੇਂ ਹੈ? ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਇਹ ਦਿੱਤਾ ਇਹਦੇ 'ਚ ਕਿ ਕਿਸੇ ਹਲਕੇ ਦੀਆਂ ਮਤਲਬ 60-66% ਗ੍ਰਾਮ ਸਭਾਵਾਂ ਜਾਂ ਉੱਥੇ ਦੇ ਵਾਰਡ ਸਭਾਵਾਂ ਲਿਖ ਕੇ ਦੇਣ ਤਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਮੁੜ ਕੇ, ਕਿਉਂਕਿ ਬਹੁਗਿਣਤੀ ਦਾ ਉਹ ਖੋ ਲਿਆ ਉਹਨੇ ਵਿਸ਼ਵਾਸ, ਬੇਭਰੋਸਗੀ। ਇਹ ਹਲਫਨਾਮਾ ਇਹਦੇ ਪਿੱਛੇ ਲਿਖਿਆ ਹੋਇਆ ਕਿ ਪਾਰਟੀਆਂ ਤੇ ਬੰਦੇ ਨੂੰ ਲੋਕਾਂ ਦੇ ਨਾਲ ਵਾਅਦੇ ਦੇ ਤੌਰ ਤੇ ਹਲਫੀਆ ਬਿਆਨ ਦੇਣਾ ਪਊਗਾ। ਅੱਛਾ, ਜਿਹੜੇ ਲੋਕ ਬਦਲ ਜਾਂਦੇ ਨੇ, ਪੁੱਛਦੇ ਵੀ ਨਹੀਂ ਲੋਕਾਂ ਕੋਲ। ਅੱਜ ਕੋਈ ਸਿਆਸੀ ਪਾਰਟੀ ਜਿੱਤ ਗਿਆ, ਕੱਲ ਨੂੰ ਕਹਿੰਦਾ ਮੈਂ ਤਾਂ ਪਾਰਟੀ ਨੂੰ ਕੋਈ ਪੁੱਛਿਆ ਨਹੀਂ, ਮੈਂ ਤਾਂ ਹੋਰ ਪਾਰਟੀ ਵਿੱਚ ਚੱਲਿਆ। ਫਿਰ ਉਹਨਾਂ ਵਾਸਤੇ ਕੀ ਰੂਲ ਹੋਣਾ ਚਾਹੀਦਾ? ਉਹਨਾਂ ਵਾਸਤੇ ਕੀ ਨਿਯਮ ਹੈ? ਨਹੀਂ, ਇਹੀ ਨਿਯਮ ਹੈ। ਦਲ ਬਦਲੀ ਵਿਰੋਧੀ ਕਾਨੂੰਨ ਕੀ ਕਰਦਾ ਹੈ? ਉਹ ਪਾਰਟੀ ਪ੍ਰਧਾਨ ਦੇ ਹੱਥ ਦੇ ਵਿੱਚ ਪਾਵਰ ਦਿੰਦਾ ਹੈ। ਜਿਹੜਾ ਵਾਪਸ ਬੁਲਾਉਣ ਦਾ ਜਾਂ ਲੀਗਲ ਡਾਕੂਮੈਂਟ ਹੈ, ਇਹ ਲੋਕਾਂ ਨੂੰ ਪਾਵਰ ਦਿੰਦਾ ਹੈ। ਲੋਕ ਆਪਣਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ, ਜੇ ਉਹਨੂੰ ਸਾਰੇ ਮੈਜੋਰਟੀ ਲੋਕ ਕਹਿਣ ਵੀ ਤੂੰ ਦੂਜੇ ਪਾਸੇ ਜਾ, ਇਹ ਠੀਕ ਨਹੀਂ ਰਹੀ ਪਾਰਟੀ, ਚਲਾ ਜਾਏ, ਤਾਂ ਕੁਝ ਨਹੀਂ ਹੋਣਾ ਚਾਹੀਦਾ। ਜੇ ਲੋਕ ਕਹਿਣ ਕਿ ਕਿਸੇ ਦਬਾਅ ਜਾਂ ਲਾਲਚ ਚੱਲਿਆ ਗਿਆ, ਤੇਰੀ ਮੈਮਰੀ ਖਤਮ ਹੈ, ਤਾਂ ਉਹ ਮੈਮਰੀ ਖਤਮ ਹੋਣੀ ਚਾਹੀਦੀ ਹੈ। ਤੇ ਪਾਰਟੀਆਂ ਕੋਲ ਨਹੀਂ। ਹੁਣ ਦਲ ਬਦਲੀ ਵਿਰੋਧੀ ਕਾਨੂੰਨ ਜਦੋਂ ਤੋਂ ਬਣਿਆ ਉਦੋਂ ਤੋਂ ਪਾਰਟੀ ਪ੍ਰਧਾਨ ਇੰਨੇ ਮਜ਼ਬੂਤ ਹੋ ਗਏ, ਬਾਕੀ ਦਾ ਸਾਰਾ ਹੇਠਾਂ ਦਾ ਪੈਰਾ ਪਰਨੇਲੀਆ ਕਰਿੰਦਾ ਹੈ। ਕਿਸੇ ਲੀਡਰ ਦੀ ਔਕਾਤ ਨਹੀਂ ਉਦੋਂ ਨੀਚੇ ਪਾਰਟੀ ਪ੍ਰਧਾਨ ਤੋਂ ਬਾਅਦ ਕਿ ਉਹ ਜ਼ੋਰਦਾਰ ਤਰੀਕੇ ਨਾਲ ਗੱਲ ਕਰ ਸਕੇ ਜਾਂ ਆਪਣੀ ਗੱਲ ਕਹਿ ਸਕੇ ਜਾਂ ਮਨਵਾ ਸਕੇ। ਇਹ ਡੈਮੋਕ੍ਰੇਸੀ ਦਾ ਮਾਡਲ ਥੋੜੀ ਹੈ। ਡੈਮੋਕ੍ਰੇਸੀ ਦਾ ਮਾਡਲ ਇਹਨੂੰ ਹੋਰ ਰੂਪ ਦੇ ਵਿੱਚ ਬਦਲਣਾ ਪਏਗਾ। ਲੋਕਾਂ ਦੀ ਘੱਟੋ ਘੱਟ ਪਾਰਟੀ ਜਿਹੜੇ ਆਪਣੇ ਵਰਕਰਾਂ ਦੀ ਤੇ ਆਪਣੇ ਹੇਠਲੇ ਲੀਡਰਾਂ ਦੀ ਕਦਰ ਨਹੀਂ ਕਰਦੇ, ਉਹਨਾਂ ਨੇ ਲੋਕਾਂ ਦੀ ਸਵਾਹ ਕਦਰ ਕਰਨੀ ਹੈ। ਤੇ ਸਾਰੀ ਗੱਲ ਮੈਂ ਸੁਣੀ ਆ, ਅੱਜ ਇੱਕ ਗਰੁੱਪ ਬਣਿਆ ਜੂਝਦਾ ਪੰਜਾਬ, ਜਿਸ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਗਰੁੱਪ ਵਿੱਚ ਜੁਆਇਨ ਹੋਏ ਨੇ। ਤਾਂ ਹਮੀਦ ਸਿੰਘ ਵੀ ਇੱਕ ਸ਼ਖਸ ਹਨ ਜੋ ਇਸ ਗਰੁੱਪ ਦੇ ਵਿੱਚ ਹੈਗੇ ਨੇ। ਤਾਂ ਲੋਕਾਂ ਨੂੰ ਸਵਾਲ ਦੱਸਣੇ ਨੇ, ਲੋਕ ਸਵਾਲ ਕਰਦੇ ਨੇ, ਪਰ ਸਵਾਲ ਕਰਨੇ ਕੀ ਨੇ ਉਹ ਦੱਸਣ ਵਾਸਤੇ ਗਰੁੱਪ ਕ੍ਰੀਏਟ ਕੀਤਾ ਗਿਆ। ਬੱਸਾਂ ਦਾ ਸਫ਼ਰ ਹੋ ਗਿਆ, ਜੋ ਹੋਰ ਵੀ ਬੜੇ ਲਾਲਚ ਦੇ ਰਹੀਆਂ ਨੇ ਪਾਰਟੀਆਂ ਸੱਤਾ ਵਾਲੇ, ਪਰ ਸਵਾਲ ਮੇਨ ਕੀ ਨੇ? ਐਜੂਕੇਸ਼ਨ ਦੇ ਸਵਾਲ ਕਰਨੇ ਹੋ, ਸਿਹਤ ਤੇ ਸਵਾਲ ਕਰਨੇ ਹੋ, ਤੁਹਾਡਾ ਭਵਿੱਖ ਕੀ ਹੈ ਸਵਾਲ ਕਰਨੇ ਹੋ, ਬਾਹਰ ਕਿਉਂ ਜਾ ਰਹੇ ਹੋ ਸਵਾਲ ਕਰਨੇ ਹੋ, ਖੇਤੀ ਦੇ ਸਵਾਲ ਹੁੰਦੇ ਨੇ। ਇਸ ਚੀਜ਼ਾਂ ਨੂੰ ਲੈ ਕੇ ਗਰੁੱਪ ਬਣਾਇਆ ਗਿਆ ਤੇ ਗਰੁੱਪ ਤੁਹਾਨੂੰ ਦੱਸਿਆ ਕਰੂਗਾ ਸਮੇਂ-ਸਮੇਂ ਤੇ ਆ ਕੇ ਲੀਡਰ ਕੋਈ ਆਉਂਦਾ ਆਹ ਸਵਾਲ ਪੁੱਛਣਾ, ਠੀਕ ਹੈ। ਜੋ ਕੁਝ ਦੇ ਰਹੇ ਨੇ ਫ੍ਰੀ ਦੇ ਵਿੱਚ, ਇਹ ਵੀ ਪੁੱਛੋ ਵੀ ਤੁਹਾਡੇ ਕੋਲ ਪੈਸਾ ਕਿੱਥੇ ਆਊਗਾ। 3 ਲੱਖ ਕਰੋੜ ਪੰਜਾਬ ਕਰਜ਼ਾਈ ਹੈ, 25 ਤੋਂ 30 ਹਜ਼ਾਰ ਸਾਲਾਨਾ, 25 ਤੋਂ 30 ਹਜ਼ਾਰ ਕਰੋੜ ਸਾਲਾਨਾ ਵਿਆਜ ਜਾਰੀ ਹੈ। ਇਹ ਸਵਾਲ ਕਰਿਆ ਜੀ, ਜੇ ਸਵਾਲ ਕਰੋਗੇ ਤਾਂ ਤੁਹਾਡਾ ਭਵਿੱਖ ਸੁਨਹਿਰੀ ਹੋਏਗਾ।